ਹਾਕਮਦਰ ਦੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਮੌਜੂਦਾ ਪ੍ਰਸਥਿਤੀਆਂ 'ਚ ਕਾਂਗਰਸ ਕਿੱਥੇ ਖੜੀ ਨਜ਼ਰ ਆ ਰਹੀ ਹੈ। ਬੀਂਗ ਏ ਜਰਨਲਿਸਟ ਕਿਵੇਂ ਦੇਖ ਰਹੇ ਹੋ ਹਰਕਮਲ ਜੀ? ਜਿਹੋ ਜਿਹਾ ਤੁਹਾਡਾ ਆਪਸ 'ਚ ਇੱਕ ਖਾਨਾ ਜੰਗੀ ਸ਼ੁਰੂ ਹੋ ਗਈ ਹੈ ਔਰ ਉਹ ਵੀ ਤੁਰੰਤ ਇਲੈਕਸ਼ਨਾਂ ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਸਮਝ ਪੈ ਰਹੀ ਕਿ ਪਾਰਟੀ ਦੀ ਕਮਾਂਡ ਕਿਹਦੇ ਕੋਲ ਹੈਗੀ ਹੈ। ਤੇ ਤੁਹਾਨੂੰ ਕੀ ਲੱਗ ਰਿਹਾ ਕਿ ਕੱਲ ਨੂੰ ਕਾਂਗਰਸ ਦਾ ਚੋਣਾਂ ਦੇ ਵਿੱਚ ਕਿਹੋ ਜਿਹਾ ਕਾਂਗਰਸ ਨੂੰ ਉਹਦਾ ਭਵਿੱਖ ਨਜ਼ਰ ਆ ਰਿਹਾ? ਉਹ ਮੈਨੂੰ ਕਹਿੰਦੇ ਜੀ ਕਿ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ ਪਿਛਲੇ ਕਈ ਦਿਨਾਂ ਤੋਂ ਮੈਂ ਇਹੋ ਗੱਲ ਆਪ ਸੋਚ ਰਿਹਾ। ਮੈਨੂੰ ਤੇ ਇਹ ਨਹੀਂ ਸਮਝ ਪੈ ਰਹੀ ਕਿ ਕਾਂਗਰਸ ਕਿੱਥੇ ਖੜੀ ਹੋਈ ਹੈ ਕਿ ਪੰਜਾਬ 'ਚ ਜਿੰਨੀਆਂ ਬਾਕੀ ਸਿਆਸੀ ਧਿਰਾਂ ਨੇ ਇਸ ਵੇਲੇ ਉਹ ਵੀ ਬਹੁਤ ਥੱਲੇ ਨੇ, ਚਾਹੇ ਅਕਾਲੀ ਦਲ ਹੈਗਾ, ਚਾਹੇ ਭਾਜਪਾ ਹੈਗੀ ਹੈ, ਚਾਹੇ ਆਮ ਆਦਮੀ ਪਾਰਟੀ ਹੈ ਜਾਂ ਬਾਕੀ ਪਾਰਟੀਆਂ ਨੇ, ਉਹਨਾਂ ਦਾ ਵੀ ਕੋਈ ਮੂੰਹ ਸਿਰ ਪੈਰ ਨਹੀਂ ਬਣ ਰਿਹਾ। ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਦਾਂ ਲੱਗ ਰਿਹਾ ਸੀ ਕਾਂਗਰਸ ਸਮਝਦੀ ਕਿ ਥਾਲੀ 'ਚ ਪਰੋਸ ਕੇ ਪੰਜਾਬੀਆਂ ਵੱਲੋਂ ਸਾਨੂੰ ਸਰਕਾਰ ਦਿੱਤੀ ਜਾ ਰਹੀ ਹੈ। ਅੱਜ ਕਿਵੇਂ ਲੱਗ ਰਿਹਾ ਹੈ? ਦੇਖੋ, ਜਿਹੜੀ ਸਥਿਤੀ ਹਰਕਮਲ ਉਹਨਾਂ ਨੇ ਦੱਸੀ ਹੈ ਕਾਫੀ ਹੱਦ ਤੱਕ ਉਹ ਠੀਕ ਹੈ, ਪਰ ਇੱਕ ਗੱਲ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਇੱਕ ਨਵੇਂ ਆਸਪੈਕਟ ਜਿਹੜੇ ਨੇ ਇਹਦੇ ਵਿੱਚੋਂ ਅਮਰ ਹੁੰਦੇ ਨੇ। ਹਾਕਮ ਧਿਰ ਤੇ ਵਿਰੋਧੀ ਧਿਰ ਇਹ ਦੋਨੋਂ ਹੀ ਕਾਂਗਰਸ ਦੇ ਵਿੱਚ ਰਹਿ ਗਏ ਨੇ ਔਰ ਉਹਦੇ ਵਿੱਚ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਆਪਣੀ ਭੂਮਿਕਾ ਜਿਹੜੀ ਹੈ ਉਹ ਮੁਨਫੀ ਕਰਕੇ ਬਹਿ ਗਈ। ਐਲੀਗੇਸ਼ਨ ਵੀ, ਡਿਮਾਂਡ ਵੀ ਨਵਜੋਤ ਸਿੱਧੂ ਕੋਲ ਹੈ, ਪੂਰੀ ਕਰਨੀ ਹੈ ਪਰਮਿੰਦਰ ਸਿੰਘ ਨੇ, ਔਰ ਦੋਨੋਂ ਹੀ ਆਪਸ ਦਾ ਇੱਕ ਡਾਇਲਾਗ ਜਿਹੜਾ ਬਣ ਗਿਆ ਔਰ ਉਹਦੇ ਵਿੱਚ ਸੁਖਬੀਰ ਬਾਦਲ ਇਹਨਾਂ ਇਸ਼ੂ 'ਤੇ ਕਿੱਥੇ ਹੈ, ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਭਗਵੰਤ ਮਾਨ ਜਾਂ ਅਮਰਪਾਲ ਚੀਮਾ ਕਿੱਥੇ ਨੇ। ਇੱਕ ਸਥਿਤੀ ਦਾ ਹਾਈ ਹੈ ਪ੍ਰਸਾ ਕਿ ਇੱਕ ਪਾਸੇ ਨਵਜੋਤ ਸਿੱਧੂ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਹੈ। ਜੇ ਟਕਰਾਅ ਵਾਲੀ ਸਥਿਤੀ ਬਣੀ ਰਹਿੰਦੀ ਹੈ ਤਾਂ ਕਾਂਗਰਸ ਦੀ ਕਿਹੋ ਜਿਹੀ ਸਥਿਤੀ ਹੋ ਸਕਦੀ ਆਉਣ ਵਾਲੇ ਦਿਨਾਂ 'ਚ? ਦੇਖੋ, ਪਹਿਲੀ ਗੱਲ ਤੇ ਹੈ ਕਿ ਇਹਦਾ ਕਾਰਨ ਮੁੱਖ ਪੰਜਾਬ ਦੀ ਪਾਰਟੀ ਨਹੀਂ ਹੈ ਜਿਹਨੂੰ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਹਿੰਦੇ ਆ। ਮੁੱਖ ਕਾਰਨ ਹੈ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਇੰਨਾ ਦਮਖਮ ਰੱਖਦੀ ਨਹੀਂ ਕਿ ਆਪਣਾ ਕੁਣਬੇ ਨੂੰ ਸਾਰੇ ਦੇਸ਼ ਵਿੱਚ ਸਾਂਭ ਕੇ ਚਲਾ ਸਕੇ। ਜਿਸ ਬੰਦੇ ਜਿਸ ਪਾਰਟੀ ਦਾ ਇੱਕ ਪੱਕਾ ਪ੍ਰਧਾਨ ਹੀ ਨਹੀਂ ਹੈ, ਕਿੰਨੇ ਦੇਰ ਹੋ ਗਈ ਆ ਹੁਣ ਪਾਰਲੀਮੈਂਟ 2019 ਫਿਰ 20 ਲੰਘਿਆ, ਹੁਣ 2 ਸਾਲ ਤੋਂ ਉੱਪਰ ਹੋ ਗਿਆ। ਸੋਨੀਆ ਗਾਂਧੀ ਇੱਕ ਪਤਾ ਹੀ ਹੈ ਉਹ ਬਹੁਤ ਐਕਟਿਵਲੀ ਕੰਮ ਨਹੀਂ ਕਰ ਸਕਦੀ, ਟੈਂਪਰੇਰੀ ਵਕਤੀ ਤੌਰ ਤੇ ਪ੍ਰਧਾਨ ਬਣੀ ਹੈ, ਤੇ ਕਿਵੇਂ ਪਾਰਟੀ ਚੱਲੂਗੀ? ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਆਪਾਂ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਨੂੰ ਡਿਬੇਟ ਦਾ ਮੁੱਦਾ ਬਣਾ ਰਹੇ ਹਾਂ। ਪੰਜਾਬ ਦੀ ਹਾਕਮਦਰ ਕਾਂਗਰਸ ਪਾਰਟੀ ਤੇ ਵਿਰੋਧੀ ਧਿਰਾਂ ਬੇਸ਼ੱਕ ਆਪੋ ਆਪਣੀ ਥਾਂ ਤੇ ਦਾਅਵੇ ਕਰ ਰਹੀਆਂ। ਜਿੱਥੇ ਤੱਕ ਸਵਾਲ ਹੈ ਹਾਕਮਦਰ ਦਾ, ਹਾਕਮਦਰ ਇਹ ਸਮਝਦੀ ਹੈ ਕਿ ਆਪਣੇ ਰਾਜਸੀ ਪੈਂਤੜਿਆਂ ਤੇ ਕਾਰਗੁਜ਼ਾਰੀ ਦੇ ਆਧਾਰ ਤੇ ਭਰੋਸਾ ਹਾਸਲ ਕਰਨਗੇ ਪੰਜਾਬੀਆਂ ਦਾ। ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਨੂੰ ਭਰੋਸਾ ਇਸ ਗੱਲ ਦਾ ਹੈ ਕਿ ਹਾਕਮਦਰ ਦੀਆਂ ਜਿਹੜੀਆਂ ਨਲਾਇਕੀਆਂ ਹੈ ਉਹਨਾਂ ਦੇ ਸਿਰ ਤੇ ਪੰਜਾਬੀ ਸਾਡੇ ਨਾਲ ਜੁੜਨਗੇ। ਖੈਰ, ਐਨ ਇਸ ਮੌਕੇ ਤੇ ਇੱਕ ਹੋਰ ਅਜਿਹੀ ਧਿਰ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ। ਕਿਸਾਨ ਅੰਦੋਲਨ ਨਾਲ ਜੁੜੀਆਂ ਜਥੇਬੰਦੀਆਂ ਬੇਸ਼ੱਕ ਗੈਰ ਰਾਜਸੀ ਹੈ ਪਰ ਨਿਸ਼ਚਿਤ ਤੌਰ ਤੇ ਪੰਜਾਬ ਦੇ ਰਾਜਸੀ ਸਮੀਕਰਨ ਨੂੰ ਕਰਨਗੀਆਂ ਪ੍ਰਭਾਵਿਤ। ਐਨ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਇਸ ਮੁਲਾਕਾਤ ਦੇ ਵਿੱਚ ਨਰਿੰਦਰ ਮੋਦੀ ਦਾ ਕੀ ਹੁੰਗਾਰਾ ਰਿਹਾ ਉਹਦੇ ਬਾਰੇ ਵੀ ਕੋਈ ਜਾਣਕਾਰੀ ਦੇ ਦਿੰਦੇ, ਕਿਉਂਕਿ ਇਸ ਦੇ ਬਗੈਰ ਇਹ ਮੁਲਾਕਾਤ ਇੰਝ ਲੱਗਦੀ ਹੈ ਜਿਵੇਂ ਬਿਨਾਂ ਸਰਨਾਮੇ ਦੇ ਡਾਕ ਪਤਾ ਨਹੀਂ ਕਿੱਧਰ ਨੂੰ ਜਾਏਗੀ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਇਸ ਮਾਮਲੇ ਦੇ ਚਰਚਾ ਦੇ ਵਿੱਚ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਬੁੱਧੀਜੀਵੀ ਜੁੜ ਚੁੱਕੇ ਹੈ, ਜਿਨ੍ਹਾਂ 'ਚ ਹਰਕਮਲਜੀਤ ਸਿੰਘ ਜੀ ਸੀਨੀਅਰ ਜਰਨਲਿਸਟ ਨੇ, ਡਾਕਟਰ SP ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਨੇ, ਪ੍ਰੋਫੈਸਰ ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਲੰਬਾ ਸਮਾਂ ਤੇ ਰਾਜਸੀ ਵਿਸ਼ਲੇਸ਼ਕ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ, ਜਿੱਦਾਂ ਮੈਂ ਕਮੈਂਟ ਕੀਤਾ ਕਿ ਪੰਜਾਬ ਦੀ ਜਿਹੜੀ ਰਾਜਸੀ ਸਥਿਤੀ ਆਪਾਂ ਉਹਦੇ ਤੇ ਚਰਚਾ ਕਰਾਂਗੇ ਤੇ ਉਹਦੇ 'ਚ ਜੇ ਆਪਾਂ ਮੁੱਖ ਵਿਰੋਧੀ ਧਿਰ ਦੇ ਨਾਲ ਹਾਕਮ ਧਿਰ ਦੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਮੌਜੂਦਾ ਪ੍ਰਸਥਿਤੀਆਂ 'ਚ ਕਾਂਗਰਸ ਕਿੱਥੇ ਖੜੀ ਨਜ਼ਰ ਆ ਰਹੀ ਹੈ? ਬੀਂਗ ਏ ਜਰਨਲਿਸਟ ਕਿਵੇਂ ਦੇਖ ਰਹੇ ਹੋ ਹਰਕਮਲ ਜੀ? ਜਗਤਾਰ ਜੀ, ਮੇਰੀ ਅੱਜ ਸਵੇਰੇ ਕਿਸੇ ਸੀਨੀਅਰ ਕਾਂਗਰਸੀ ਆਗੂ ਨਾਲ ਇਹੋ ਗੱਲ ਹੋ ਰਹੀ ਸੀ
ਜੀ ਕਿ ਜੀ ਜਿਹੋ ਜਿਹਾ ਤੁਸੀਂ ਭੰਬਲ ਪੂਸਾ ਪਾ ਲਿਆ ਹੈਗਾ ਹੈ, ਔਰ ਜਿਹੋ ਜਿਹਾ ਤੁਹਾਡਾ ਆਪਸ 'ਚ ਇੱਕ ਖਾਨਾ ਜੰਗੀ ਸ਼ੁਰੂ ਹੋ ਗਈ ਹੈ, ਔਰ ਉਹ ਵੀ ਤੁਰੰਤ ਇਲੈਕਸ਼ਨਾਂ ਤੋਂ ਪਹਿਲਾਂ ਕਿਸੇ ਨੂੰ ਇਹ ਨਹੀਂ ਸਮਝ ਪੈ ਰਹੀ ਕਿ ਪਾਰਟੀ ਦੀ ਕਮਾਂਡ ਕਿਹਦੇ ਕੋਲ ਹੈਗੀ ਹੈ, ਇੱਕ ਦੂਸਰੇ ਦੀ ਲੱਤ ਖਿੱਚਣ 'ਚ ਲੱਗਾ ਹੋਇਆ ਹੈ। ਤੇ ਤੁਹਾਨੂੰ ਕੀ ਲੱਗ ਰਿਹਾ ਕਿ ਕੱਲ ਨੂੰ ਕਾਂਗਰਸ ਦਾ ਚੋਣਾਂ ਦੇ ਵਿੱਚ ਕਿਹੋ ਜਿਹਾ ਕਾਂਗਰਸ ਨੂੰ ਉਹਦਾ ਭਵਿੱਖ ਨਜ਼ਰ ਆ ਰਿਹਾ ਹੈ? ਜੀ ਉਹ ਮੈਨੂੰ ਕਹਿੰਦੇ ਜੀ ਕਿ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਹੈ ਪਿਛਲੇ ਕਈ ਦਿਨਾਂ ਤੋਂ, ਮੈਂ ਇਹੋ ਗੱਲ ਆਪ ਸੋਚ ਰਿਹਾ। ਮੈਨੂੰ ਤੇ ਇਹ ਨਹੀਂ ਸਮਝ ਪੈ ਰਹੀ ਕਿ ਕਾਂਗਰਸ ਕਿੱਥੇ ਖੜੀ ਹੋਈ ਹੈ। ਰੀਜ਼ਨ ਬੀਇੰਗ ਇਹੋ ਜਿਹੇ ਹਾਲਾਤ ਦੇ ਵਿੱਚ ਕਿਸੇ ਪਾਰਟੀ ਲਈ ਜਿੱਤਣਾ ਬਹੁਤ ਮੁਸ਼ਕਲ ਹੈ, ਔਰ ਜਿਹੋ ਜੀ ਸਾਡੀ ਆਪਸ 'ਚ ਖਾਨਾ ਜੰਗੀ ਚੱਲ ਰਹੀ ਹੈ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਉਹ ਕਹਿੰਦੇ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਪੋਲੀਟੀਕਲ ਪਾਰਟੀ ਸਫਲ ਹੋਣ ਦਾ ਸੁਪਨਾ ਲੈ ਸਕਦੀ ਹੈ। ਇਹਦੇ ਕੋਈ ਸ਼ੱਕ ਨਹੀਂ ਕਿ ਪੰਜਾਬ 'ਚ ਜਿੰਨੀਆਂ ਬਾਕੀ ਸਿਆਸੀ ਧਿਰਾਂ ਨੇ ਇਸ ਵੇਲੇ ਉਹ ਵੀ ਬਹੁਤ ਥੱਲੇ ਨੇ, ਚਾਹੇ ਅਕਾਲੀ ਦਲ ਹੈਗਾ, ਚਾਹੇ ਭਾਜਪਾ ਹੈਗੀ ਹੈ, ਚਾਹੇ ਆਮ ਆਦਮੀ ਪਾਰਟੀ ਹੈ ਜਾਂ ਬਾਕੀ ਪਾਰਟੀਆਂ ਨੇ, ਉਹਨਾਂ ਦਾ ਵੀ ਕੋਈ ਮੂੰਹ ਸਿਰ ਪੈਰ ਨਹੀਂ ਬਣ ਰਿਹਾ। ਉਹਨਾਂ ਬਾਰੇ ਵੀ ਕਿਸੇ ਨੂੰ ਸਮਝ ਨਹੀਂ ਪੈ ਰਹੀ ਕਿ ਕੀ ਕਰਨਗੇ। ਲੇਕਿਨ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਕਿ ਸੂਬੇ ਦੀ ਮੁੱਖ ਧਿਰ ਸੀ, ਇਸ ਕਨਫਿਊਜ਼ਨ ਕਰਕੇ ਉਹ ਵੀ ਇਸੇ ਰਾਮ ਰੌਲੇ 'ਚ ਸ਼ਾਮਲ ਹੋ ਰਹੀ ਹੈ। ਔਰ ਸਭ ਤੋਂ ਵੱਡੀ ਜਿਹੜੀ ਮੈਨੂੰ ਪ੍ਰੋਬਲਮ ਨਜ਼ਰ ਆ ਰਹੀ ਹੈ ਇਸ ਵੇਲੇ ਕਿ ਉਹਨਾਂ ਨੇ ਜਿਸ ਲੀਡਰ ਨੂੰ ਅੱਗੇ ਲੈ ਕੇ ਆਂਦਾ ਸੀ, ਉਹ ਕੀ ਕਰੇਗਾ। ਜੋ ਉਹਦਾ ਏਜੰਡਾ ਸੀ, ਜੋ ਉਹਨੇ ਪ੍ਰਚਾਰ ਕਰਨਾ ਸੀ ਨਵਜੋਤ ਸਿੰਘ ਸਿੱਧੂ ਨੇ, ਮੈਨੂੰ ਇਹ ਨਹੀਂ ਸਮਝ ਪੈ ਰਹੀ ਕਿ ਉਹ ਕਿਵੇਂ ਕਰ ਸਕੇਗਾ। ਕਾਰਨ ਇਹ ਹੈਗਾ ਕਿ ਉਹ ਸਾਰੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਹੱਲ ਕਰਨਾ ਹੈਗਾ ਪੰਜਾਬ ਸਰਕਾਰ ਨੇ, ਸੀਐਮ ਨੇ। ਜੇ ਉਹ ਨਹੀਂ ਕਰਦੇ ਤੇ ਉਹਦੇ ਭਾਸ਼ਣ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੈਗਾ। ਚਾਹੇ ਉਹ ਬਿਜਲੀ ਸਮਝੌਤੇ ਨੇ, ਚਾਹੇ ਉਹ ਬਰਗਾੜੀ ਦਾ ਇਸ਼ੂ ਹੈਗਾ, ਚਾਹੇ ਉਹ ਨਸ਼ਿਆਂ ਦਾ ਇਸ਼ੂ ਹੈਗਾ, ਉਹਦੇ ਤੇ ਮੈਨੂੰ ਜੋ ਲੱਗ ਰਿਹਾ ਕਿ ਆਉਣ ਵਾਲੇ ਮਹੀਨੇ 2 ਮਹੀਨੇ ਬਾਅਦ ਇਹ ਇਸ਼ੂ ਸਾਰੇ ਕਾਂਗਰਸ ਦੇ ਉਲਟ ਪੈ ਜਾਣੇ ਨੇ। ਰੀਜ਼ਨ ਬੀਇੰਗ ਲੋਕਾਂ ਨੇ ਉਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ 4 ਸਾਲ ਦੇ ਵਿੱਚ ਜੋ ਵਾਅਦੇ ਦਿੱਤੇ ਸੀ ਇਹਨਾਂ ਇਸ਼ੂਜ਼ ਦੇ ਉੱਤੇ, ਤੁਸੀਂ ਉਹਦਾ ਕੀ ਨਤੀਜਾ ਕੱਢਿਆ, ਔਰ ਤੁਸੀਂ ਜਵਾਬ ਦਿਓ ਕਿ ਤੁਸੀਂ ਇਸ ਬਾਰੇ ਕਿਉਂ ਕੁਝ ਨਹੀਂ ਕੀਤਾ ਹੈਗਾ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੀ ਵੀ ਸਥਿਤੀ ਬਹੁਤ ਹਾਸੋਹੀਣੀ ਬਣੀ ਹੋਈ ਹੈ, ਔਰ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਪਏਗਾ। ਔਰ ਜਿਹੋ ਜਿਹੀ ਢਿੱਲੀ ਉਹਨਾਂ ਦੀ ਹਾਈ ਕਮਾਂਡ ਹੈਗੀ ਹੈ, ਇਹਦੇ ਹੁੰਦਿਆਂ ਮੈਨੂੰ ਕੋਈ ਨਜ਼ਰ ਵੀ ਨਹੀਂ ਆ ਰਿਹਾ ਕਿ ਬਹੁਤ ਛੇਤੀ ਕੁਝ ਹੋ ਸਕੇਗਾ। ਇਹ ਹੁਣ ਪਤਾ ਨਹੀਂ, ਇਹ ਪਰਮਾਤਮਾ ਹੀ ਜਾਣਦਾ ਕਿ ਉਹਨਾਂ ਦਾ ਬਣੇਗਾ ਕੀ। ਓਕੇ, ਥੈਂਕ ਯੂ ਵੈਰੀ ਮਚ। ਮੈਂ ਇਸ ਮੁੱਦੇ ਤੇ ਵਾਪਸ ਆਵਾਂਗਾ ਤੁਹਾਡੇ ਵੱਲ। ਡਾਕਟਰ ਐਸਪੀ ਸਿੰਘ ਜੀ, ਇਸੇ ਮੁੱਦੇ ਤੇ ਜਿਸ ਤੇ ਗੱਲ ਹਰਕਮਲ ਜੀ ਕਰ ਰਹੇ ਆ, ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀ ਹਕਮਦਰ ਦੀ ਗੱਲ ਕਰ ਲੈਂਦੇ ਹਾਂ। ਕਾਂਗਰਸ ਪਾਰਟੀ ਜੋ ਪ੍ਰਸਥਿਤੀਆਂ ਇਸ ਵੇਲੇ ਬਣੀਆਂ, ਅੱਜ ਤੋਂ ਕੁਝ ਮਹੀਨੇ ਪਹਿਲਾਂ ਇਦਾਂ ਲੱਗ ਰਿਹਾ ਸੀ ਕਾਂਗਰਸ ਸਮਝਦੀ ਸੀ ਕਿ ਥਾਲੀ 'ਚ ਪਰੋਸ ਕੇ ਪੰਜਾਬੀਆਂ ਵੱਲੋਂ ਸਾਨੂੰ ਸਰਕਾਰ ਦਿੱਤੀ ਜਾ ਰਹੀ ਹੈ। ਅੱਜ ਕਿਵੇਂ ਲੱਗ ਰਿਹਾ ਹੈ ਡਾਕਟਰ ਸਾਹਿਬ? ਦੇਖੋ, ਜਿਹੜੀ ਸਥਿਤੀ ਹਰਕਮਲ ਉਹਨਾਂ ਨੇ ਦੱਸੀ ਹੈ ਕਾਫੀ ਹੱਦ ਤੱਕ ਉਹ ਠੀਕ ਹੈ, ਪਰ ਇੱਕ ਗੱਲ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਇੱਕ ਨਵੇਂ ਆਸਪੈਕਟ ਜਿਹੜੇ ਨੇ ਇਹਦੇ ਵਿੱਚੋਂ ਅਮਰਜ ਹੁੰਦੇ ਨੇ। ਇੱਕ ਤੇ ਹਾਕਮ ਧਿਰ ਤੇ ਵਿਰੋਧੀ ਧਿਰ, ਇਹ ਦੋਨੋਂ ਹੀ ਕਾਂਗਰਸ ਦੇ ਵਿੱਚ ਰਹਿ ਗਏ ਨੇ, ਔਰ ਉਹਦੇ ਵਿੱਚ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਆਪਣੀ ਭੂਮਿਕਾ ਜਿਹੜੀ ਹੈ ਉਹ ਮੁਨਫੀ ਕਰਕੇ ਬਹਿ ਗਈਆਂ ਨੇ ਕਿ ਐਲੀਗੇਸ਼ਨ ਵੀ, ਡਿਮਾਂਡ ਵੀ ਨਵਜੋਤ ਸਿੱਧੂ ਕੋਲ ਹੈ, ਪੂਰੀ ਕਰਨੀ ਹੈ ਅਮਰਿੰਦਰ ਸਿੰਘ ਨੇ, ਔਰ ਦੋਨੋਂ ਹੀ ਆਪਸ ਦਾ ਇੱਕ ਡਾਇਲਾਗ ਜਿਹੜਾ ਬਣ ਗਿਆ। ਔਰ ਉਹਦੇ ਵਿੱਚ ਸੁਖਬੀਰ ਬਾਦਲ ਇਹਨਾਂ ਇਸ਼ੂਜ਼ 'ਤੇ ਕਿੱਥੇ ਹੈ, ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਭਗਵੰਤ ਮਾਨ ਜਾਂ ਅਮਰਪਾਲ ਚੀਮਾ ਕਿੱਥੇ ਨੇ, ਔਰ ਇਸੇ ਸਥਿਤੀ ਦੇ ਵਿੱਚ ਬੀਜੇਪੀ ਤਾਂ ਖੈਰ ਕਿਸੇ ਗਿਣਤੀ 'ਚ ਨਹੀਂ। ਇਸ ਸਥਿਤੀ ਦੇ ਵਿੱਚ ਅਜੇ ਜਿਹੜਾ ਇੱਕ ਫਰੈਂਡਲੀ ਮੈਚ ਵੀ ਕਈ ਵਾਰੀ ਜਿਹੜਾ ਉਹ ਨਜ਼ਰ ਆਉਂਦਾ। ਦੂਜੀ ਗੱਲ ਇਹ ਹੈ ਕਿ ਅਜੇ ਇਹ ਸਮਾਂ ਜਿਹੜਾ ਹੈ ਆਉਣ ਦੇ ਉੱਤੇ ਜਿਵੇਂ ਲੱਗਦਾ ਸੀ ਕਿ ਜਦੋਂ ਨਵਜੋਤ ਸਿੱਧੂ ਨੂੰ ਕੁਝ ਨਹੀਂ ਬਣਾਉਂਦੇ ਤੇ ਲੜਾਈ ਦੇ ਵਿੱਚ ਕਾਂਗਰਸ ਨੇ ਦਫਾੜ ਹੋਣੀ ਹੈ, ਉਹ ਸਥਿਤੀ ਜਿਹੜੀ ਹੈ ਹੁਣ ਜਿਹੜੀ ਹੈ ਉਹ ਖਤਮ ਹੋ ਗਈ ਹੈ। ਹੁਣ ਅੰਦਰ ਦੀ ਜਿਹੜੀ ਲੜਾਈ ਹੈ, ਉਹ ਅੰਦਰ ਦੀ ਲੜਾਈ ਉਹ ਜਿਹੜੀ ਹੈ ਉਹ ਨਨਾਣ ਭਰਜਾਈ ਵਾਲੀ ਲੜਾਈ ਰਹਿ ਗਈ ਹੈ, ਔਰ ਉਹਦੇ ਵਿੱਚ ਵੱਧ ਘੱਟ ਥੋੜਾ ਚੱਲੀ ਜਾਣਾ ਹੈ। ਔਰ ਉਹਦੇ ਵਿੱਚ ਕਾਂਗਰਸ ਜ਼ਰੂਰ, ਤੁਸੀਂ ਕਹਿ ਲਓ ਕਿ ਜਿਸ ਵੇਲੇ ਲੱਗਦਾ ਸੀ ਕਿ ਨਵਜੋਤ ਸਿੱਧੂ ਦਾ ਨਾਂ ਅਨਾਊਂਸ ਹੋਇਆ ਹੈ ਤੇ 5-10% ਜਿਹੜਾ ਹੈ ਕਾਂਗਰਸ ਦਾ ਗੇਨ ਹੋਇਆ ਹੈ, ਉਹਦੇ ਵਿੱਚ 5-10% ਜਿਹੜਾ ਹੈ ਹੋਰ ਨੁਕਸਾਨ ਹੋ ਗਿਆ ਹੈ। ਕਿਉਂਕਿ ਜਿਹੜੀ ਗੱਲ ਨਵਜੋਤ ਸਿੱਧੂ ਕਰ ਰਿਹਾ ਹੈ ਉਹ ਕੋਈ ਕਾਂਗਰਸ ਪ੍ਰੈਜ਼ੀਡੈਂਟ ਵਾਲੀ ਨਹੀਂ ਗੱਲ ਕਰ ਰਿਹਾ, ਨਾ ਹੀ ਉਹ ਕਿਸੇ ਰਾਜਸੀ ਪਾਰਟੀ ਦੇ ਨੇਤਾ ਵਕਨ ਗੱਲ ਕਰ ਰਿਹਾ ਹੈ ਜਿਹੜਾ ਕਿ ਇੱਕ ਆਪਣੀ ਹੀ ਪਾਰਟੀ ਦੇ ਰਾਜ ਬਾਰੇ ਚਰਚਾ ਕਰਦਾ। ਸੋ ਉਸ ਨੂੰ ਇਹ ਗੱਲ ਭੁੱਲ ਗਈ ਹੈ ਕਿ ਜਿਹੜੀ ਗੱਲ ਇਨਡਾਇਰੈਕਟਲੀ ਹਰਕਮਲ ਉਹਨਾਂ ਨੇ ਵੀ ਕਹੀ ਹੈ ਕਿ ਉਹ ਰਾਜਸੀ ਪਾਰਟੀ ਦਾ ਇੱਕ ਹਿੱਸਾ ਹੈ। ਉਹ ਰਾਜਸੀ ਪਾਰਟੀ ਜਿਹੜੀ ਰਾਜ ਕਰ ਰਹੀ ਹੈ, ਔਰ ਰਾਜ ਕਰ ਰਹੀ ਪਾਰਟੀ ਦੇ ਕੰਮ ਦੇ ਉੱਤੇ
ਜਿਸ ਵੇਲੇ ਉਸ ਦਾ ਪਾਰਟੀ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਕਿੰਤੂ ਪ੍ਰੰਤੂ ਕਰਦਾ ਹੈ ਤੇ ਉਹਦੇ ਜੀ। ਵਿੱਚ ਇਮੈਚੁਰਿਟੀ ਜਿਹੜੀ ਉਹ ਜ਼ਿਆਦਾ ਨਜ਼ਰ ਆਉਂਦੀ ਹੈ। ਔਰ ਡਾਕਟਰ ਸਾਹਿਬ, ਇੱਕ ਦੋ ਗੱਲਾਂ ਸਵਾਲ- ਉਹਦੇ ਵਿੱਚ ਉਹਦੇ ਦੋ ਗੱਲਾਂ ਜਿਹੜੀਆਂ ਨੇ ਸਪਸ਼ਟ ਕਰਨੀ ਚਾਹਾਂਗਾ ਮੈਂ। ਇੱਕ ਤੇ ਜਿਵੇਂ ਜੀ। ਜਿਹੜਾ ਸਹੁੰ ਚੁੱਕ ਸਮਾਗਮ ਹੋਇਆ ਸੀ, ਸਟੇਜ ਦੇ ਉੱਤੇ ਜੋ ਕੁਝ ਜਿਹੜਾ ਨਵਜੋਤ ਸਿੱਧੂ ਨੇ ਕੀਤਾ, ਉਹਨੇ ਕੋਈ ਸੀਜ਼ਨ ਪੋਲੀਟੀਸ਼ੀਅਨ, ਕੋਈ ਮੈਚੁਰ ਲੀਡਰਸ਼ਿਪ ਔਰ ਕੋਈ ਪੰਜਾਬ ਨੂੰ ਨਵੀਂ ਸੇਧ ਦੇਣ ਵਾਲੀ ਜਿਹੜੀ ਹੈ ਉਸਨੇ ਕੋਈ ਆਧਾਰ ਨਹੀਂ ਬਣਾਇਆ। ਦੂਜਾ ਹੁਣੀ ਜਿਹੜਾ ਕੱਲ੍ਹ ਜਿਹੜਾ ਉਹ ਜਿਹੜੇ ਨਾਲ ਜਿਹੜੇ ਨੇ ਸਲਾਹਕਾਰ ਜੇ ਸਲਾਹਕਾਰ ਨਿਯੁਕਤ ਕੀਤੇ ਨੇ ਤਾਂ ਉਹਦੇ 'ਚ ਮੰਨਣਾ ਚਾਹੀਦਾ ਹੈ ਕਿ ਜਿਹੜੇ ਹਾਈ ਕਮਾਂਡ ਨੇ ਸਲਾਹਕਾਰ ਬਣਾਏ ਨੇ, ਜਿਹੜੇ ਕਾਰਜਕਾਰੀ ਪ੍ਰਧਾਨ ਬਣਾ ਕੇ ਭੇਜੇ ਨੇ, ਉਹ ਵੀ ਤਾਂ ਸਲਾਹਕਾਰ ਹੀ ਭੇਜੇ ਨੇ। ਔਰ ਕਿਸੇ ਵੀ ਰਾਜਸੀ ਪਾਰਟੀ ਦੇ ਵਿੱਚ ਸਲਾਹਕਾਰ ਹੁੰਦੇ ਨੇ, ਉਹਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਉਹਦੇ ਵਾਈਸ ਪ੍ਰੈਜ਼ੀਡੈਂਟ, ਉਹਦੇ ਜਨਰਲ ਸੈਕਟਰੀ, ਉਹਦੇ ਡੈਲੀਗੇਟ ਦੂਜੇ ਹੁੰਦੇ ਨੇ। ਸੋ ਇੱਕ ਬਾਹਰੋਂ ਔਰ ਉਹਨਾਂ ਨੂੰ ਅਪਾਇੰਟ ਕਰਨਾ ਜਿਹੜੇ ਨਾ ਹੀ ਕਾਂਗਰਸੀ ਨੇ, ਨਾ ਹੀ ਕਾਂਗਰਸ ਕਲਚਰ ਦੇ ਹਿੱਸੇਦਾਰ ਨੇ, ਨਾ ਹੀ ਉਹਨਾਂ ਨੂੰ ਕਾਂਗਰਸ ਪਾਰਟੀ ਨਾਲ ਜਿਹੜਾ ਕੋਈ ਪਿਆਰ ਹੈ। ਔਰ ਉਸ ਮਾਮਲੇ ਦੇ ਵਿੱਚ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਚੰਨੀ ਜਾਂ ਦੂਜੇ ਇਹਨਾਂ ਦੀ ਕੀ ਔਕਾਤ ਹੈ ਜਦੋਂ ਕਿ ਇਹਨਾਂ ਨੂੰ ਵੀ ਪੁੱਛਿਆ ਨਹੀਂ ਜਾਣਾ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕੋਈ ਇੱਕ ਸਥਿਤੀ ਬਣਾ ਰਹੇ ਨੇ ਨਵਜੋਤ ਸਿੱਧੂ ਦੀ ਕਿ ਇਹ ਮੰਤਰੀ ਤੇ ਐਮਐਲਏ ਜਿਹੜੇ ਨੇ ਇਹ ਸ਼ਾਇਦ ਵਾਪਸ ਜਿਹੜਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਉਹ ਖੇਮੇ ਚਲੇ ਜਾਣ ਤੇ ਇਹ ਇਕੱਲੇ ਜਿਹੜਾ ਕਿਉਂਕਿ ਸਿੰਗਲ ਆਰਮੀ ਹੈ ਇਹ ਇਕੱਲੀ ਇੱਕ ਲੜਾਈ ਜੋਗਾ ਜਿਹੜਾ ਰਹਿ ਜਾਏ ਤੇ ਸ਼ਾਇਦ ਉਹਦੇ ਕੋਈ ਨਤੀਜੇ ਜਿਹੜੇ ਨੇ ਕਾਂਗਰਸ ਨੂੰ ਬਹੁਤਾ ਨੁਕਸਾਨ ਨਾ ਹੋਵੇ। ਥੈਂਕ ਯੂ ਵੈਰੀ ਮਚ ਪ੍ਰੋਫੈਸਰ ਮਨਜੀਤ ਸਿੰਘ। ਇਸੇ ਮਾਮਲੇ ਤੇ ਤੁਸੀਂ ਵੀ ਲੰਬੇ ਸਮੇਂ ਤੋਂ ਪੰਜਾਬ ਦੀਆਂ ਰਾਸ਼ਟਰੀ ਪ੍ਰਸਿੱਧੀਆਂ ਨੂੰ ਵਾਚ ਰਹੇ ਹੋ ਨਜ਼ਦੀਕ ਤੋਂ, ਪਰ ਜੋ ਸਥਿਤੀ ਇਸ ਵੇਲੇ ਬਣੀ ਹੈ, ਕਮਲ ਜੀ ਨੇ ਵੀ ਕਿਹਾ, ਡਾਕਟਰ ਐਸ ਪੀ ਸਿੰਘ ਨੇ ਆਪਣੇ ਵਿਚਾਰ ਰੱਖੇ ਹੈ, ਪਰ ਇੱਕ ਸਥਿਤੀ ਦਾ ਹਾਈ ਹੈ ਪ੍ਰਸਾ ਕਿ ਇੱਕ ਪਾਸੇ ਨਵਜੋਤ ਸਿੱਧੂ ਹੈ, ਦੂਜੇ ਪਾਸੇ ਕੈਪਟਨ ਅਮਰਿੰਦਰ ਹੈ। ਜੇ ਟਕਰਾਅ ਵਾਲੀ ਸਥਿਤੀ ਬਣੀ ਰਹਿੰਦੀ ਹੈ ਤਾਂ ਕਾਂਗਰਸ ਦੀ ਕਿਹੋ ਜਿਹੀ ਸਥਿਤੀ ਹੋ ਸਕਦੀ ਆਉਣ ਵਾਲੇ ਦਿਨਾਂ 'ਚ? ਦੇਖੋ, ਪਹਿਲੀ ਗੱਲ ਤੇ ਹੈ ਕਿ ਇਹਦਾ ਕਾਰਨ ਮੁੱਖ ਪੰਜਾਬ ਦੀ ਪਾਰਟੀ ਨਹੀਂ ਹੈ ਜਿਹਨੂੰ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਹਿੰਦੇ ਆ। ਮੁੱਖ ਕਾਰਨ ਹੈ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਆ ਉਹੀ ਇੰਨਾ ਦਮਖਮ ਰੱਖਦੀ ਨਹੀਂ ਕਿ ਆਪਣਾ ਕੁਣਬੇ ਨੂੰ ਸਾਰੇ ਦੇਸ਼ ਵਿੱਚ ਸਾਂਭ ਕੇ ਚਲਾ ਸਕੇ। ਹੁਣ ਜਿਸ ਪਾਰਟੀ ਦਾ ਇੱਕ ਪੱਕਾ ਪ੍ਰਧਾਨ ਹੀ ਨਹੀਂ ਹੈ, ਕਿੰਨੇ ਦੇਰ ਹੋ ਗਈ ਆ ਹੁਣ ਪਾਰਲੀਮੈਂਟ 2019 ਫਿਰ 20 ਲੰਘਿਆ, ਹੁਣ 2 ਸਾਲ ਤੋਂ ਉੱਪਰ ਹੋ ਗਿਆ। ਸੋਨੀਆ ਗਾਂਧੀ ਇੱਕ ਪਤਾ ਹੀ ਹੈ ਉਹ ਬਹੁਤ ਐਕਟਿਵਲੀ ਕੰਮ ਨਹੀਂ ਕਰ ਸਕਦੀ, ਟੈਂਪਰੇਰੀ ਵਕਤੀ ਤੌਰ ਤੇ ਪ੍ਰਧਾਨ ਬਣੀ ਹੈ ਤੇ ਕਿਵੇਂ ਪਾਰਟੀ ਚੱਲੂਗੀ ਇਸ ਤਰੀਕੇ ਨਾਲ ਜਦੋਂ ਸੈਂਟਰ ਕਮਜ਼ੋਰ ਆ ਤੇ ਥੱਲੇ ਕਮਜ਼ੋਰੀਆਂ ਦਾ ਰਿਫਲੈਕਸ਼ਨ ਹੁੰਦਾ। ਦੂਜੀ ਗੱਲ, ਜਦੋਂ ਤੇ ਚੋਣਾਂ ਜਿੱਤਣੀਆਂ ਹੁੰਦੀਆਂ ਉਦੋਂ ਤੇ ਸਿੱਧੂ ਵੀ ਚੰਗਾ ਲੱਗਦਾ ਤੇ ਸਿੱਧੂ ਨਵਜੋਤ ਕੌਰ ਸਿੱਧੂ ਵੀ ਚੰਗੀ ਲੱਗਦੀ, ਪ੍ਰਗਟ ਵੀ ਚੰਗਾ ਲੱਗਦਾ ਕਿਉਂਕਿ ਉਹਨਾਂ ਦੇ ਨਾਲ ਪਾਰਟੀ ਨੂੰ ਭਾਲ ਮਿਲਦੀ ਹੈ, ਪਾਰਟੀ ਨੂੰ ਥੋੜਾ ਸਹਾਰਾ ਮਿਲਦਾ। ਉਦੋਂ ਗਵਈਏ ਵੀ ਚੰਗੇ ਲੱਗਦੇ ਆ, ਐਕਟਰ ਵੀ ਚੰਗੇ ਲੱਗਦੇ ਆ, ਸਾਰੇ ਚੰਗੇ ਲੱਗਦੇ ਪਾਰਟੀਆਂ ਨੂੰ ਕਿਉਂਕਿ ਉਹਨਾਂ ਦੇ ਨਾਲ ਭੀੜ ਇਕੱਠੀ ਹੁੰਦੀ ਆ ਗੱਲਾਂ ਸੁਣਨ ਲਈ। ਪਰ ਮੈਂ ਇਹ ਦੇਖ ਰਿਹਾ ਕਿ ਜਦੋਂ ਫਿਰ ਉਹ ਆਪਣਾ ਕਈ ਉਹਨਾਂ 'ਚੋਂ ਤਕੜੇ ਹੁੰਦੇ ਆ, ਉਹ ਆਪਣਾ ਹੱਕ ਮੰਗਦੇ ਆ, ਕਹਿੰਦੇ ਕਿ ਸਾਨੂੰ ਦਿਓ, ਸਾਡਾ ਹੱਕ ਇੱਥੇ ਰੱਖ, ਤਾਂ ਫਿਰ ਇਹਨਾਂ ਪਾਰਟੀਆਂ ਨੂੰ ਤਕਲੀਫ ਕਾਫੀ ਹੁੰਦੀ ਆ। ਉਹ ਮਿਨਿਸਟਰੀ ਤੋਂ ਬਾਹਰ ਕਰਨਾ ਆਪਣੇ ਆਪ 'ਚ ਉਹਨਾਂ ਨੂੰ ਇਹ ਸੀ ਵੀ ਮੈਂ ਪਿੱਛੇ ਤੇ ਹਟੂੰਗਾ ਨਹੀਂ, ਫਿਰ ਮੈਂ ਇਹਨਾਂ ਨੂੰ ਦੱਸੂਗਾ ਮੈਨੂੰ ਮਿਨਿਸਟਰੀ 'ਚੋਂ ਬਾਹਰ ਕਰਨ ਦਾ ਕਿਹੜਾ ਕੀਮਤ ਤਾਰਨੀ ਪੈਂਦੀ। ਜਿਹੜੀ ਮੈਂ ਹੁਣ ਬਰੀਫ 'ਚ ਇਹ ਗੱਲ ਕਹਿ ਦਿਆਂ, ਜਿਹੜੀ ਬਾਕੀ ਗੱਲਾਂ ਦੋਵੇਂ ਸਾਡੇ ਸੱਜਣਾਂ ਨੇ ਕਹੀਆਂ ਕਿ ਇਹ ਦੋ ਝੋਟਿਆਂ ਦਾ ਭੇੜ ਹੈਗਾ, ਇੱਕ ਇਹਦੇ 'ਚੋਂ ਭੱਜੂਗਾ, ਇੱਕ ਟਿਕੂਗਾ। ਇਹ ਕਈ ਵਾਰੀ ਤੇ ਜੇ ਇਹ ਹੁੰਦਾ ਇਹ ਹੈ ਕਿ ਜਦੋਂ ਜ਼ਿਆਦਾ ਪੇਚਾ ਪੈ ਜਾਏ, ਬਰਾਬਰ ਦੀ ਤਾਕਤ ਹੋਵੇ ਤੇ ਵੱਡੀ ਉਮਰ ਵਾਲਾ ਥੱਕ ਜਾਂਦਾ, ਫਿਰ ਅਖੀਰ 'ਚ ਜਾ ਕੇ ਥੱਕ ਜਾਂਦਾ, ਉਹ ਭੱਜ ਲੈਂਦਾ, ਛੱਡੋ ਪਰਾਂ ਜਾ ਰਹੇ, ਜਿਹੜਾ ਛੋਟੀ ਉਮਰ ਵਾਲਾ ਇਹਦੇ ਅੱਗੇ ਅੱਗੇ ਭੱਜ ਲੋ, ਕਾਹਨੂੰ ਜਿਹੜਾ ਸਿੰਘ ਤੜਵਾ ਕੇ ਫਿਰ ਰਹਿ ਜਾਾਂਗੇ। ਹੁਣ ਇਹਦਾ ਰਾਜ ਆ ਗਿਆ, ਨਵੇਂ ਦਾ ਤਕੜੇ ਵਾਲੇ ਝੋਟੇ ਦਾ ਰਾਜ ਆ ਗਿਆ। ਇਸ ਕਿਸਮ ਦਾ ਮੇਰਾ ਮੈਟਾਫਰ ਲਿਓ, ਥੋੜਾ ਜਿਹਾ ਪੇਂਡੂ ਹੈਗਾ, ਕੋਈ ਉਸ ਤਰ੍ਹਾਂ ਨਹੀਂ ਹੈ। ਇਹ ਲੜਾਈ ਸਾਹਮਣੇ ਇਸੇ ਤਰੀਕੇ ਦੀ ਆ, ਇਸੇ ਕਿਸਮ ਦੀ ਹੈਗੀ ਹੈ ਕਿ ਇੱਕ ਤੇ ਡਿਮੋਲਿਸ਼ ਹੋਊਗਾ। ਜੇ ਤੁਸੀਂ ਕਹੋ ਆ ਚੰਗਾ ਮਾੜਾ, ਲੋਕੀ ਤੇ ਮੌਜਾਂ ਲੈ ਰਹੇ ਆ, ਲੋਕੀ ਤੇ ਚੁਸਕੀਆਂ ਲੈ ਰਹੇ ਆ ਲੋਕਾਂ ਨੂੰ ਤੇ ਕਿ ਮਾਰਤਾ ਜੀ। ਅੱਜ ਸਿੱਧੂ ਨੇ ਕੀ ਕਿਹਾ, ਅਗਲੇ ਦਿਨ ਕੈਪਟਨ ਨੇ ਕੀ ਕਿਹਾ, ਕੈਪਟਨ ਹੁਣ ਸੋਨੀਆ ਗਾਂਧੀ ਕੋਈ ਸ਼ਿਕਾਇਤ ਲਾਉਣ ਗਿਆ, ਸਿੱਧੂ ਨੇ ਹੁਣ ਪਿੱਛੋਂ ਚਿੱਠੀ ਕੱਢਦੀ, 5 ਮਿਨਿਸਟਰਾਂ ਦੇ 7 ਐਮਐਲਏ ਨੇ ਚਿੱਠੀ ਕੱਢਤੀ। ਅਗਲੀ ਇੱਕ ਲਾਸਟ ਗੱਲ ਹੈ, ਸੌਰੀ ਥੋੜੀ ਲਾਸਟ ਗੱਲ ਇਹ ਆ ਕਿ ਕੱਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਮੀਟਿੰਗ ਹੋਈ ਆ, 15 ਐਮਐਲਏ ਇਕੱਠੇ ਹੋਏ ਆ ਔਰ ਉਹਨਾਂ ਨੇ ਕਹਿਤਾ ਕਿ ਅਸੀਂ ਸਾਰੇ ਐਮਐਲਏ ਨੂੰ ਬੁਲਾ ਰਹੇ ਹਾਂ। ਇਹਦਾ ਮਤਲਬ ਕਿ ਚੀਫ ਮਿਨਿਸਟਰੀ ਨੂੰ ਬਦਲਣ ਦੀਆਂ ਵੀ ਤਿਆਰੀਆਂ ਹੋ ਰਹੀਆਂ। ਇਹ ਚੋਣਾਂ ਤੋਂ ਪਹਿਲਾਂ 1-2 ਮਹੀਨਿਆਂ ਦੇ ਅੰਦਰ ਦੋਵਾਂ ਧਿਰਾਂ ਚੋਂ ਇੱਕ ਧਿਰ ਟੱਠੂਗੀ ਤੇ ਦੂਜੀ ਮਜ਼ਬੂਤ ਹੋਊਗੀ, ਨਹੀਂ ਤੇ ਚੋਣਾਂ 'ਚ ਆਪਣੀ ਹਾਰ ਆਪ ਹੀ ਤੈਅ ਕਰ ਦੇਣਗੇ।
ਜੀ ਪ੍ਰਸਾਦ, ਥੈਂਕ ਯੂ ਵੈਰੀ ਮਚ। ਸੋਸ਼ਲ ਮੀਡੀਆ ਤੇ ਪ੍ਰਸਾਦ, ਜਿੱਦਾਂ ਤੁਸੀਂ ਕਹਿ ਰਹੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦੀਆਂ ਕਿ ਇਹੋ ਜਿਹੀਆਂ ਵੀਡੀਓ ਵੀ ਘੁੰਮ ਰਹੀਆਂ ਹੈ, ਜਿਹੜੇ ਰਾਜਸੀ ਤੌਰ ਤੇ ਨਾਲ ਲੋਕੀ ਮਨੋਰੰਜਨ ਦੇ ਤੌਰ ਤੇ ਵੀ ਇੰਜੋਏ ਕਰ ਰਹੇ ਉਹਨਾਂ ਵੀਡੀਓਜ਼ ਨੂੰ। ਹਰਕਮਲ ਜੀ, ਜਿਸ ਮਾਮਲੇ ਦੇ ਤੇ ਆ ਕੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਕਿ ਅਗਲੇ ਦਿਨਾਂ 'ਚ ਕੈਬਨਿਟ ਦੀ ਰੱਦੋ ਬਦਲ ਵੀ ਹੋ ਸਕਦੀ ਆ ਔਰ ਉਹਦੇ 'ਚ ਫੇਰ ਇੱਕ ਤਰ੍ਹਾਂ ਦਾ ਇਮਤਿਹਾਨ ਹੋਏਗਾ ਤੇ ਦੋਨਾਂ ਦਾ ਇੱਕੋ ਪਾਲੇ 'ਚ ਬਣੇ ਰਹਿਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਚਾਹੇ ਨਵਜੋਤ ਸਿੱਧੂ ਦੀ ਗੱਲ ਕਰ ਲਈਏ ਤੇ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਦੇਖੋ, ਗੱਲ ਇਹ ਵੇ ਜੋ ਪ੍ਰੋਫੈਸਰ ਸਾਹਿਬ ਨੇ ਕਿਹਾ ਬਿਲਕੁਲ ਠੀਕ ਗੱਲ ਹੈ। ਤੁਸੀਂ ਇੱਕ ਪਾਰਟੀ ਦੇ ਵਿੱਚ ਦੋ ਪਾਵਰ ਸੈਂਟਰ ਜਿਹੜੇ ਨੇ ਬਰਾਬਰ ਦੇ, ਉਹਨਾਂ ਨੂੰ ਬਹੁਤ ਦੇਰ ਤੱਕ ਕਾਇਮ ਨਹੀਂ ਰੱਖ ਸਕਦੇ। ਅਲਟੀਮੇਟਲੀ ਕਿਸੇ ਵੀ ਪਾਰਟੀ 'ਚ ਤੁਹਾਨੂੰ ਕਿਸੇ ਪਾਸੇ ਸਪਸ਼ਟ ਦੱਸਣਾ ਪਏਗਾ ਵੀ ਕਿੱਥੋਂ ਜਾ ਕੇ ਤੁਹਾਨੂੰ ਤਾਕਤ ਮਿਲਣੀ ਹੈ, ਕਿੱਥੋਂ ਟਿਕਟਾਂ ਮਿਲਣੀ ਹੈ ਔਰ ਕੌਣ ਪਾਰਟੀ ਨੂੰ ਲੀਡ ਕਰ ਰਿਹਾ। ਮੈਨੂੰ ਲੱਗਦਾ ਇਸ ਵੇਲੇ ਕਾਂਗਰਸ ਪਾਰਟੀ 'ਚ ਬਹੁਤ ਵੱਡਾ ਕਨਫਿਊਜ਼ਨ ਹੈਗਾ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈਗਾ ਵੀ ਇਸ ਵੇਲੇ ਪੰਜਾਬ 'ਚ ਕਾਂਗਰਸ ਪਾਰਟੀ ਇੱਕ ਵਾਹਦ ਪਾਰਟੀ ਹੈ ਜਿਹੜੀ ਆਪੋਜੀਸ਼ਨ ਵੀ ਪ੍ਰੋਵਾਈਡ ਕਰ ਰਹੀ ਹੈ ਤੇ ਜਿਹੜੀ ਇੱਕ ਕਿਸਮ ਦੀ ਰੂਲਿੰਗ ਪਾਰਟੀ ਵੀ ਪ੍ਰੋਵਾਈਡ ਕਰ ਰਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਬਿਲਕੁਲ ਠੀਕ ਗੱਲ ਹੈ। ਔਰ ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਬਹੁਤੀ ਦੇਰ ਵੀ ਸ਼ਾਇਦ ਨਾ ਲੱਗੇ, ਮੈਨੂੰ ਲੱਗ ਰਿਹਾ ਕਿ ਆਉਣ ਵਾਲੇ 15-20 ਦਿਨਾਂ ਦੇ ਵਿੱਚ, ਜਿਵੇਂ ਪ੍ਰੈਸ ਸਾਹਿਬ ਨੇ ਕਿਹਾ ਕਿ ਐਮਐਲਏ ਇਕੱਠੇ ਹੋ ਰਹੇ ਨੇ, ਤੁਸੀਂ ਦੇਖਣਾ ਇੱਥੇ ਰੌਲਾ ਪੈ ਜਾਣਾ। ਐਮਐਲਏਜ਼ ਨੇ ਬਗਾਵਤ ਸ਼ੁਰੂ ਕਰ ਦੇਣੀ ਹੈ ਔਰ ਜਿਹੜੀ ਇਹ ਅੰਦਰ ਖਾਤੇ ਇਸ ਵੇਲੇ ਕਾਂਗਰਸ ਦੀ ਲੜਾਈ ਚੱਲ ਰਹੀ ਹੈ, ਇਹ ਬਹੁਤ ਦੇਰ ਤੱਕ ਇਸ ਤਰ੍ਹਾਂ ਬਰਾਬਰ ਜਾਰੀ ਨਹੀਂ ਰਹੇਗੀ। ਮੈਨੂੰ ਲੱਗਦਾ ਕਿ ਇਹ ਕੰਮ ਇਹ ਖੁੱਲ ਕੇ ਸਾਹਮਣੇ ਆਏਗੀ, ਇਹ ਕੰਮ ਖਿਲਰੇਗਾ ਔਰ ਮੈਨੂੰ ਲੱਗਦਾ ਕਿ 15 ਅਗਸਤ ਤੋਂ ਬਾਅਦ ਤੁਸੀਂ ਦੇਖਣਾ ਇਹ ਲੜਾਈ ਕਾਫੀ ਤਿੱਖੀ ਹੋ ਜਾਏਗੀ। ਔਰ ਇੱਕ ਸਵਾਲ ਜੋ ਮੈਨੂੰ ਨਜ਼ਰ ਆ ਰਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਅਲਟੀਮੇਟਲੀ ਇਹ ਫੈਸਲਾ ਲੈਣਾ ਪਏਗਾ ਕਿ ਉਹ ਕਿੱਥੇ ਖੜੇ ਨੇ, ਉਹ ਕਿਹਦੇ ਨਾਲ ਨੇ, ਉਹ ਕੀ ਚਾਹੁੰਦੇ ਹੈਗੇ ਨੇ, ਉਹਨਾਂ ਨੂੰ ਵੀ ਆਪਣਾ ਰੁਖ ਸਪਸ਼ਟ ਕਰਨਾ ਪਏਗਾ। ਜੀ ਹਰਕਮਲ ਜੀ, ਇੱਕ ਸਵਾਲ ਜਦੋਂ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ, ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ, ਆਮ ਆਦਮੀ ਤੇ ਅਕਾਲੀ ਦਲ, ਉਹਨਾਂ ਦੀ ਨਜ਼ਰਾਂ ਕਾਂਗਰਸ ਦੀਆਂ ਜਿਹੜੀਆਂ ਪ੍ਰਸਥਿਤੀਆਂ ਉਹਨਾਂ ਤੇ ਲੱਗੀਆਂ ਕਿ ਸ਼ਾਇਦ ਜ਼ਿਆਦਾ ਫਾਇਦਾ ਅਕਾਲੀ ਸੋਚ ਰਿਹਾ ਸਾਨੂੰ ਹੋਏਗਾ, ਆਪ ਸੋਚ ਰਿਹਾ ਸਾਨੂੰ ਹੋਏਗਾ। ਸੰਖੇਪ 'ਚ ਮੈਂ ਜਵਾਬ ਚਾਹਾਂਗਾ ਜਰਨਲਿਸਟ ਦੇ ਤੌਰ ਤੇ ਤੁਹਾਡਾ ਕਿ ਵੀ ਕੀ ਇਹਦਾ ਜੇ ਇਹ ਕਲੇਸ਼ ਬਣਿਆ ਰਿਹਾ ਤਾਂ ਆਪ ਜਾਂ ਅਕਾਲੀ ਦਲ ਦਾ ਕੋਈ ਲਾਹਾ ਲੈ ਲੈਣਗੇ? ਦੇਖੋ, ਜੋ ਮੈਨੂੰ ਨਜ਼ਰ ਆ ਰਿਹਾ ਹੈ ਕਾਂਗਰਸ ਦਾ ਜੋ ਅੱਜ ਕਲੇਸ਼ ਹੈਗਾ ਸ਼ਾਇਦ ਬਹੁਤ ਲੰਬਾ ਟਾਈਮ ਨਾ ਚੱਲ ਸਕੇ। ਰੀਜ਼ਨ ਬੀਇੰਗ ਇਹ ਗੱਲ ਉਹਨਾਂ ਦੀ ਪਾਰਟੀ ਹਾਈ ਕਮਾਂਡ ਵੀ ਅੰਡਰਸਟੈਂਡ ਕਰ ਰਹੀ ਹੈ ਕਿ ਇਹਦਾ ਨੁਕਸਾਨ ਸਾਨੂੰ ਹੋਏਗਾ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਚਾਹਣਗੇ ਕਿ ਇੱਕ ਸਟੇਟ ਜਿਹੜੀ ਜਿੱਥੇ ਉਹਨਾਂ ਦਾ ਰਾਜ ਭਾਗ ਹੈਗਾ ਔਰ ਜਿੱਥੇ ਆ ਸਕਦਾ ਹੈ ਉਹਨੂੰ ਲੂਜ਼ ਕਰਨ। ਸੋ ਮੈਨੂੰ ਲੱਗਦਾ ਕਿ ਆਪਣੇ ਤੌਰ ਤੇ ਉਹ ਵੀ ਆਉਣ ਵਾਲੇ ਕੁਝ ਦਿਨਾਂ 'ਚ ਐਫਰਟ ਕਰਨਗੇ ਕਿ ਇੱਥੇ ਕੋਈ ਇਹੋ ਜਿਹਾ ਢਾਂਚਾ ਲੈ ਕੇ ਆਂਦਾ ਜਾਏ ਜਾਂ ਇਹੋ ਜਿਹਾ ਸਿਸਟਮ ਡਿਵੈਲਪ ਕੀਤਾ ਜਾਏ ਜਿਹਦੇ 'ਚ ਇਨਫਾਈਟਿੰਗ ਬੰਦ ਹੋਏ ਔਰ ਇੱਕ ਪਾਸੇ ਕਲੀਅਰ ਕੱਟ ਮੈਸੇਜ ਦਿੱਤਾ ਜਾਏ। ਦੂਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਅਕਾਲੀ ਦਲ ਤੇ ਆਪ ਦੀ, ਉਹ ਦੇਖੋ ਦੋਨਾਂ ਪਾਰਟੀਆਂ ਇੰਨੀਆਂ ਕਨਫਿਊਜ਼ਨ 'ਚ ਹੈਗੀਆਂ, ਉਹਨਾਂ ਨੂੰ ਅੱਜ ਸਮਝ ਹੀ ਨਹੀਂ ਪੈ ਰਹੀ ਹੈਗੀ ਕਿ ਅਸੀਂ ਕਿੱਥੇ ਖੜੇ ਹੋਏ ਹਾਂ। ਉਹਨਾਂ ਨੂੰ ਆਪਣੀ ਸਥਿਤੀ ਬਾਰੇ ਇਹ ਅੰਦਾਜ਼ਾ ਨਹੀਂ ਲੱਗ ਰਿਹਾ ਹੈਗਾ। ਮੇਰੇ ਖਿਆਲ ਅਜੇ ਉਹ ਇਸੇ ਲਈ ਬਹੁਤ ਤਿੱਖੇ ਨਹੀਂ ਹੈਗੇ, ਬਹੁਤ ਆਰਾਮ ਨਾਲ ਚੱਲ ਰਹੇ ਨੇ। ਉਹਨਾਂ ਦੀ ਵੀ ਸਥਿਤੀ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋ ਸਕੇਗੀ। ਓਕੇ ਡਾਕਟਰ ਐਸਪੀ ਸਿੰਘ ਜੀ, ਆਪਾਂ ਜਿੱਦਾਂ ਕਾਂਗਰਸ ਦਾ ਜ਼ਿਕਰ ਕੀਤਾ, ਮੈਂ ਸਪੈਸ਼ਲ ਕੁਐਸਚਨ ਆਪ ਤੇ ਅਕਾਲੀ ਦਲ ਦੇ ਉੱਤੇ ਲੈਣਾ ਚਾਹਾਂਗਾ। ਕਾਂਗਰਸ ਦੀ ਗੱਲ ਤਾਂ ਆਪਾਂ ਕੀਤੀ ਹੈ, ਕਮੈਂਟਸ ਕੀਤੀ ਹੈ ਤੁਸੀਂ ਵੀ, ਇਹੋ ਜਿਹੀ ਸਥਿਤੀ 'ਚ ਅਕਾਲੀ ਦਲ ਤੇ ਆਪ ਕਿਵੇਂ ਦੇਖ ਰਹੇ ਹੋ? ਦੇਖੋ, ਇਸ਼ਾਰੇ ਮਾਤਰ ਕਮਲ ਉਹਨਾਂ ਨੇ ਗੱਲ ਕੀਤੀ ਹੈ। ਇੱਕ ਗੱਲ ਜਿਹੜੀ ਹੈ ਬਿਲਕੁਲ ਸਪਸ਼ਟ ਹੈ ਕਿ ਇਹ ਲੜ ਰਹੇ ਨੇ, ਲੇਕਿਨ ਉਹ ਅੰਦਰ ਵੜ ਕੇ ਉਹਨਾਂ ਦੀ ਕੋਈ ਸਪਸ਼ਟਤਾ ਜਿਹੜੀ ਹੈ ਦੋਨੋਂ ਪਾਰਟੀਆਂ ਦੀ ਜਿਹੜੀ ਹੈ ਉਹ ਨਹੀਂ ਹੈ। ਪਹਿਲੀ ਗੱਲ, ਜਿੱਥੋਂ ਆਮ ਆਦਮੀ ਪਾਰਟੀ ਦੀ ਗੱਲ ਤੁਸੀਂ ਕਰੋਗੇ, ਆਮ ਆਦਮੀ ਪਾਰਟੀ ਜਿਸ ਵੇਲੇ ਤੱਕ ਅਜੇ ਫੈਸਲਾ ਹੀ ਨਹੀਂ ਕਰ ਸਕਿਆ ਕਿ ਉਹਨਾਂ ਦਾ ਲੀਡਰ ਕੌਣ ਹੈ, ਔਰ ਹੁਣ ਤੋਂ ਨਹੀਂ ਲੰਬੇ ਸਮੇਂ ਤੋਂ ਜਿਹੜਾ ਉਹ ਇਹ ਫੈਸਲਾ ਨਹੀਂ ਕਰ ਸਕੇ। ਔਰ ਅਗਲੀ ਸਮੱਸਿਆ ਇਹ ਹੈ ਕਿ ਇਹ ਦੋ ਜਿਹੜੇ ਅੱਗੇ ਲੀਡਰ ਆਏ ਨੇ, ਭਾਵੇਂ ਭਗਵੰਤ ਮਾਨ ਹੈ ਜਾਂ ਹਰਪਾਲ ਸਿੰਘ ਚੀਮਾ ਨੇ, ਇਹ ਦੋਨੋਂ ਕਿਸੇ ਤੀਜੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੇ ਆਪੋ ਜਿਹੜੀ ਹੈ ਇੱਕ ਵੱਖਰੀ ਤਰ੍ਹਾਂ ਦੀ ਲੜਾਈ ਜਿਹੜੀ ਆ ਲੜ ਰਹੇ ਨੇ, ਜਿਹਦੇ ਕਰਕੇ ਨਾ ਹੀ ਇਹਨਾਂ ਦੀ ਆਰਗੇਨਾਈਜੇਸ਼ਨ ਬਣ ਰਹੀ ਹੈ, ਨਾ ਹੀ ਇਹਨਾਂ ਦਾ ਕੇਡਰ ਇਕੱਠਾ ਹੋ ਰਿਹਾ ਹੈ। ਔਰ ਉਹ ਕਨਫਿਊਜ਼ਨ ਜਿਹੜੀ ਹੈ ਸ਼ਾਇਦ ਕਾਂਗਰਸ ਨਾਲੋਂ ਵੀ ਵੱਧ ਖਤਰਨਾਕ ਹੈ। ਉਹ ਇਸ ਕਰਕੇ ਕਿ ਕਾਂਗਰਸ ਦਾ ਲੰਬੇ ਸਮੇਂ 'ਚ ਇੱਕ ਜਥੇਬੰਦਕ ਢਾਂਚਾ ਹੈ, ਭਾਵੇਂ ਉਹਨਾਂ ਸਟਰੋਂਗ ਨਾ ਹੋਵੇ, ਲੇਕਿਨ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਕੋਈ ਨਹੀਂ, ਉਹਦਾ ਇੱਕ ਲੀਡਰ ਕੋਈ ਨਹੀਂ। ਔਰ ਉਹ ਜਿਹੜੀ ਸਮੱਸਿਆ ਨਵਜੋਤ ਸਿੱਧੂ ਵਾਲੀ ਹੈ, ਮੈਚਿਓਰਿਟੀ ਲੈਵਲ ਜਿਹੜੀ ਲੀਡਰਸ਼ਿਪ ਦਾ ਹੈ, ਉਹ ਜਿਵੇਂ ਨਵਜੋਤ ਸਿੱਧੂ ਕੋਲ ਨਹੀਂ ਹੈਗਾ, ਉਵੇਂ ਭਗਵੰਤ ਮਾਨ ਉਹਨਾਂ ਕੋਲ ਵੀ ਨਹੀਂ ਹੈਗਾ। ਉਹ ਉਸ ਡਾਕਟਰ ਸਾਹਿਬ, ਅਕਾਲੀ ਦਲ
ਸਰ ਅਕਾਲੀ ਦਲ ਕੋਲੇ ਤਾਂ ਹੇਠਲੇ ਲੈਵਲ ਤੇ ਜਥੇਬੰਦਕ ਢਾਂਚਾ ਹੈ ਕਾਂਗਰਸ ਦਾ। ਦੱਸਣਾ ਅਕਾਲੀ ਦਲ ਕੋਲ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਹੈ, ਲੇਕਿਨ ਉਹ ਜਥੇਬੰਦਕ ਢਾਂਚਾ ਜਿਹੜਾ ਹੈ ਉਹ ਜਥੇ ਉੱਪਰ ਤੱਕ ਜਿਹੜਾ ਉਹ ਹੈ, ਥੱਲੇ ਜਿਹੜਾ ਕੇਡਰ ਜਿਹੜਾ ਹੈ ਉਹ ਉਹਨਾਂ ਦੇ ਨਾਲ ਜਿਹੜਾ ਹੈ ਉਹ ਟੁੱਟ ਚੁੱਕਾ ਹੈ। ਭਾਵੇਂ ਉਹ ਤੁਸੀਂ ਬੇਅਦਬੀ ਦੇ ਗੱਲਾਂ ਦੀ ਕਰੋ, ਭਾਵੇਂ ਪਿਛਲੇ ਸਮੇਂ ਦੇ ਵਿੱਚ ਕਰਪਸ਼ਨ ਦਾ ਲੈਵਲ ਦੇਖੋ, ਭਾਵੇਂ ਉਹਨਾਂ ਦਾ ਜਿਹੜਾ ਹੈ ਉਹ ਜਿਹੜਾ ਕ੍ਰਿਮੀਨਲਾਈਜੇਸ਼ਨ ਤੇ ਗੈਂਗਸਟਰਿਜ਼ਮ ਉਸ ਵੇਲੇ ਵੀ ਜਿਹੜਾ ਪੈਦਾ ਹੋਇਆ, ਜਿਹੜਾ ਅੱਜ ਕੈਪਟਨ ਅਮਰਿੰਦਰ ਸਿੰਘ ਜਿਹੜਾ ਪੁੱਤਰਿਆ, ਇਹ ਸਾਰੀਆਂ ਗੱਲਾਂ ਦੇ ਵਿੱਚ ਕੋਸ਼ਿਸ਼ ਸੁਖਬੀਰ ਬਾਦਲ ਪੂਰੀ ਸੀਰੀਅਸਲੀ ਕਰਨ ਦੇ ਬਾਵਜੂਦ ਅਜੇ ਆਮ ਲੋਕਾਂ ਦੇ ਵਿੱਚ, ਉਹਦੇ ਆਪਣੇ ਹੀ ਕੇਡਰ ਦੇ ਵਿੱਚ ਉਹ ਸੰਤੁਸ਼ਟੀ ਨਹੀਂ ਆਈ, ਜਿਸ ਕਰਕੇ ਹੈ ਕਿ ਜਿਹੜੀ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦੀ ਲੜਾਈ ਹੈ ਉਹ ਸ਼ਾਇਦ ਕਾਂਗਰਸ ਦਾ ਉਹਨਾਂ ਨੁਕਸਾਨ ਨਾ ਕਰੇ ਜਿੰਨਾ ਇਹਨਾਂ ਦੇ ਬਾਈ ਪ੍ਰੋਕਸੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਆਪਣਾ ਜਿਹੜਾ ਢਾਂਚਾ ਵਿਗੜ ਰਿਹਾ ਹੈ ਉਹਦਾ ਜਿਹੜਾ ਆਧਾਰ ਬਣੇ। ਥੈਂਕ ਯੂ ਡਾਕਟਰ ਸਾਹਿਬ। ਪ੍ਰੋਫੈਸਰ ਮਨਜੀਤ ਸਿੰਘ ਜੀ, ਆਪ ਬਾਰੇ ਤੇ ਅਕਾਲੀ ਦਲ ਬਾਰੇ ਤੁਹਾਡੀ ਕੀ ਰਾਏ ਹੈ ਇਸ परिस्थिति ਦੇ ਵਿੱਚ? ਕਾਂਗਰਸ ਦਾ ਆਪਾਂ ਜ਼ਿਕਰ ਕੀਤਾ ਹੀ ਹੈ ਪਹਿਲਾਂ। ਦੇਖੋ, ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਕਾਂਗਰਸ ਰੂਲਿੰਗ ਪਾਰਟੀ ਵੀ ਆ ਤੇ ਆਪਸ ਵਿੱਚ ਹੀ ਵਿਰੋਧੀ ਪਾਰਟੀ ਵੀ ਹੈ, ਤੇ ਵਿਰੋਧੀ ਪਾਰਟੀਆਂ ਦੀ ਸਪੇਸ ਹੀ ਨਹੀਂ, ਉਹਨਾਂ ਦਾ ਦਾਅ ਹੀ ਨਹੀਂ ਲੱਗਦਾ ਖਬਰਾਂ ਲਵਾਉਣ ਲਈ। ਤੁਸੀਂ ਕਿਤੇ ਸੁਖਬੀਰ ਬਾਦਲ ਦੀ ਤੇ ਆਮ ਆਦਮੀ ਪਾਰਟੀ ਦੀ ਪ੍ਰੋਮੀਨੈਂਟ ਜਗ੍ਹਾ ਤੇ ਕੋਈ ਖਬਰਾਂ ਦੇਖਦੇ ਆ? ਉਹ ਮੀਡੀਆ ਵੀ ਉੱਧਰ ਨੂੰ ਚੱਲਦਾ ਕਿ ਅੱਜ ਇਹਨਾਂ ਨੇ ਆਪਸ ਵਿੱਚ ਹੀ ਕਰ ਲਿਆ ਨਾ ਜੋ ਵਿਰੋਧੀ ਪਾਰਟੀ ਨੇ ਕਰਨਾ। 5 ਮੁੱਦੇ ਕੈਪਟਨ ਨੂੰ ਹੱਥ 'ਚ ਫੜਾ ਤੇ ਪਿਛਲੇ 2-2.5 ਸਾਲਾਂ ਤੋਂ ਪ੍ਰਗਟ ਨੇ ਕਿੰਨੀ ਵਾਰੀ ਪ੍ਰੈਸ ਕਾਨਫਰੰਸਾਂ ਕੀਤੀਆਂ ਕੈਪਟਨ ਦੇ ਵਿਰੁੱਧ ਤੇ ਲਿਖ ਕੇ ਵੀ ਦਿੱਤਾ। ਇਸ ਲਈ ਵਿਰੋਧੀ ਪਾਰਟੀ ਵੀ ਕਾਂਗਰਸੀ ਹੈ ਤੇ ਰੂਲਿੰਗ ਪਾਰਟੀ ਵੀ ਕਾਂਗਰਸੀ ਹੈ। ਇਹਦੇ ਕਰਕੇ ਵਿਰੋਧੀ ਦੋਹਾਂ ਹੀ ਪਾਰਟੀਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਕਿ ਅਸੀਂ ਜਗ੍ਹਾ ਕਿੱਥੇ ਬਣਾਈਏ, ਕਿੱਥੇ ਆਪਣਾ ਧੂਤਾ ਲਾ ਕੇ ਗੱਲਾਂ ਕਰੀਏ। ਇਹ ਦਿੱਕਤ ਆ ਰਹੀ ਹੈ। ਜੋ ਵਿਰੋਧੀ ਪਾਰਟੀ ਨੇ ਕਰਨੀਆਂ ਉਹ ਨਵਜੋਤ ਸਿੰਘ ਸਿੱਧੂ ਕਰੀ ਜਾਂਦਾ। ਹੁਣ ਅਗਲੀ ਗੱਲ ਕਿ ਕਰਨਗੇ ਕੀ, ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੈ ਕਿ ਉਹਨਾਂ ਦਾ ਕਾਡਰ ਉੱਡ ਟੁੱਟ ਗਿਆ। ਤੁਹਾਨੂੰ ਇੱਕ ਗੱਲ ਆਪਾਂ ਨੂੰ ਪਤਾ ਆ ਕਿ 2017 ਵਿੱਚ ਵੀ ਜਦੋਂ ਬਿਲਕੁਲ ਇਤਿਹਾਸਿਕ ਤੌਰ ਤੇ ਲੋ ਐਬ ਤੇ ਸੀਗਾ ਸ਼੍ਰੋਮਣੀ ਅਕਾਲੀ ਦਲ, 25% ਵੋਟਾਂ ਫਿਰ ਵੀ ਲੈ ਗਏ ਸੀ। ਜਦੋਂ ਸਭ ਤੋਂ ਥੱਲੇ ਸੀਟਾਂ ਲੈ ਕੇ ਗਏ, ਇੰਨੀਆਂ ਥੋੜੀਆਂ ਸੀਟਾਂ ਲੈ ਗਏ ਆ, 14 ਕਿ 12 ਲੈ ਗਏ ਸੀ, ਉਹਦੇ ਬਾਵਜੂਦ ਵੀ ਉਹਨਾਂ ਦੀਆਂ ਵੋਟਾਂ ਸੀਗੀਆਂ। ਮੈਨੂੰ ਨਹੀਂ ਲੱਗਦਾ ਕਿ ਹੁਣ ਐਤਕੀ ਉਹਨਾਂ ਦੀਆਂ ਪਿਛਲੀ ਵਾਰ ਨਾਲੋਂ ਵੀ ਵੋਟਾਂ ਘਟਣਗੀਆਂ। ਰਹੀ ਗੱਲ ਹਾਂ ਕਿੰਨਾ ਗੇਨ ਕਰਦੇ, ਇਹ ਨਹੀਂ, ਇਹ ਅਜੇ ਸਾਰਾ ਬਹੁਤ ਕੁਝ ਹੋਊਗਾ। ਇੱਕ ਗੱਲ ਜਿਹੜੀ ਦਿੱਕਤ ਵਾਲੀ ਗੱਲ ਆ ਦੋਵਾਂ ਹੀ ਵਿਰੋਧੀ ਪਾਰਟੀਆਂ ਦੀ, ਆਮ ਆਦਮੀ ਦੀ ਵੀ ਤੇ ਇਹਨਾਂ ਦੀ ਵੀ, ਲੋਕੀ ਸਾਰੀਆਂ ਪਾਰਟੀਆਂ ਨੂੰ ਇੱਕੋ ਹੀ ਰਸਤੇ ਨਾਲ ਦੇਖਦੇ ਆ। ਉਹ ਦੇਖਦੇ ਆ ਵੀ ਆਪਣਾ ਕੰਮ ਕਰਨ ਆਉਂਦੇ ਆ, ਰਾਜਨੀਤੀ ਚਮਕਾਉਣ ਆਉਂਦੇ ਆ, ਖਾਣ ਪੀਣ ਆਉਂਦੇ ਆ, ਕੁਛ ਨਹੀਂ ਆ, ਇਹ ਗੱਲਾਂ ਬਾਤਾਂ ਆ। ਇਹ ਵੀ ਇੱਕ ਕਾਰਨ ਆ ਕਿ ਲੋਕ ਨਵਜੋਤ ਸਿੱਧੂ ਵੱਲ ਤਵੱਕੋਂ ਜ਼ਿਆਦਾ ਰੱਖਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਲੋਂ। ਪਰ ਜੇ ਇਹਨਾਂ ਦਾ ਆਪਸ ਵਿੱਚ ਚੱਲਦਾ ਰਿਹਾ ਤੇ ਫਿਰ ਹੋ ਸਕਦਾ ਕਿ ਇਹਦਾ ਗੇਨ ਸੁਖਬੀਰ ਬਾਦਲ ਜ਼ਿਆਦਾ ਲੈ ਜਾਏ ਆਮ ਆਦਮੀ ਪਾਰਟੀ ਨਾਲੋਂ। ਆਮ ਆਦਮੀ ਪਾਰਟੀ ਦੀ ਬਿਲਕੁਲ ਕਮਜ਼ੋਰੀ ਇਹੀ ਹੈ ਜੋ ਐਸਪੀ ਸਿੰਘ ਜੀ ਵੀ ਕਹਿ ਰਹੇ ਆ ਕਿ ਉਹ ਨਾ ਆਂਢ ਗੁਆਂਢ 'ਚ ਝਾਤੀਆਂ ਮਾਰਦੇ ਰਹਿੰਦੇ ਕਿ ਉਧਰੋਂ ਲੀਡਰ ਮਿਲ ਜੇ, ਉਹਨੂੰ ਅੰਦਰ ਲੈ ਆਓ, ਉਹਨੂੰ ਅੰਦਰ ਲੈ ਆਓ। ਉਹਨਾਂ ਦੇ ਹੁਣੇ ਪਰਸੋਂ ਵੱਡਾ ਮੁਜ਼ਾਹਰਾ ਸੰਗਰੂਰ ਵਾਲਿਆਂ ਨੇ ਕੀਤਾ ਆ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿਰੋਧੀ, ਉਹਨਾਂ ਦੇ ਆਪਣੇ ਬੰਦਿਆਂ ਨੇ ਕੇਜਰੀਵਾਲ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਤੇ ਨਾਲ ਉੱਥੇ ਉਹਨਾਂ ਨੇ ਘੇਰਾ ਪਾਇਆ ਆਪਣੇ ਹੀ ਦਫ਼ਤਰ ਦਾ। ਕੀ ਕਹਿੰਦੇ ਸੀ? ਕਹਿੰਦੇ ਸਾਡੇ ਸੰਗਰੂਰ 'ਚ 9 ਕਾਂਸਟੀਚੁਐਂਸੀ ਆ, ਭਗਵੰਤ ਮਾਨ ਦਾ ਏਰੀਆ ਆ, 4 ਕਹਿੰਦੇ ਹਲਕਾ ਇੰਚਾਰਜ ਲਾ ਦਿੱਤੇ ਆ ਕਾਂਗਰਸ 'ਚੋਂ ਤੇ 3 ਲਿਆ ਕੇ ਲਾ ਦਿੱਤੇ ਆ ਅਕਾਲੀਆਂ 'ਚੋਂ, ਸਾਨੂੰ ਬਚੇ 2 ਵੀ ਅਸੀਂ 7-7 8-8 ਸਾਲ ਹੋ ਗਏ ਜੁੱਤੀਆਂ ਘਸਾਉਂਦਿਆਂ ਨੂੰ। ਇਹ ਕੰਮ ਆ ਇਸ ਪਾਰਟੀ ਦਾ, ਇਹੋ ਹੀ ਇਹਨੂੰ ਲੈ ਕੇ ਡੁੱਬ। ਤੁਸੀਂ ਨਵਾਂ ਕੰਮ ਕਰਨਾ ਕਿ ਦੂਜਿਆਂ ਦੇ ਲਿਆ ਕੇ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਰੋਟੀਆਂ ਸਿਖਾਉਣੀਆਂ, ਜਿਹੜਾ ਲੋਕਾਂ ਦਾ ਵੱਡਿਆ ਟੁੱਕਿਆ ਮਾਲ ਲਿਆ ਕੇ ਤੁਸੀਂ ਆਪਣੇ 'ਚ ਫਸਾਈ ਜਾਣਾ। ਇਹ ਕੰਮ ਇਹ ਪਾਰਟੀ ਨਹੀਂ ਹੈ, ਇਹ ਕੰਪਨੀ ਹੈ, ਇਹ ਪੀਕੇ ਵਾਲੀ ਕੰਪਨੀ ਹੈ ਪ੍ਰਸ਼ਾਂਤ ਕਿਸ਼ੋਰ ਵਾਂਗੂ। ਇਹ ਇਲੈਕਸ਼ਨ ਲੜਨ ਵਾਲੀ ਇੱਕ ਕਾਰਪੋਰੇਟ ਕੰਪਨੀ ਹੈਗੀ। ਥੈਂਕ ਯੂ ਪ੍ਰਸਾਦ। ਚੋਣਾਂ ਤੋਂ ਪਹਿਲਾਂ ਕਈ ਵਾਰੀ ਪਾਰਟੀਆਂ ਨੂੰ ਦੁਕਾਨਾਂ ਸਜਾਉਣੀਆਂ ਵੀ ਪੈਂਦੀਆਂ। ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਤੇ ਇੰਨੇ ਮੁੱਦਿਆਂ ਤੇ ਆ ਰਹੇ ਵਾਪਸ। ਪੰਜਾਬ ਦੇ ਜਿੱਥੋਂ ਤੱਕ ਸਵਾਲ ਹੈ ਰਾਜਸੀ ਧਿਰਾਂ ਦਾ, ਇੱਕ ਹੋਰ ਜਿਹੜੀ ਗੈਰ ਰਾਜਸੀ ਧਿਰ ਹੈ ਪਰ ਜਿਹੜੀ ਸਭ ਤੋਂ ਵੱਧ ਆਪਣਾ ਇਸ ਵੇਲੇ ਪ੍ਰਭਾਵ ਦਿਖਾ ਰਹੀ ਹੈ, ਕਿਸਾਨੀ ਅੰਦੋਲਨ, ਉਸ ਮੁੱਦੇ ਤੇ ਵੀ ਕਰਾਂਗੇ ਚਰਚਾ। ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਹਰਕਮਲ ਜੀ, ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਪੰਜਾਬ ਦੀਆਂ ਰਾਜਸੀ ਧਿਰਾਂ ਤੇ ਕੀਤੀ ਹੈ, ਪੰਜਾਬ ਦੀ ਇੱਕ ਹੋਰ ਵੱਡੀ ਧਿਰ ਹੈ ਜਿਹਨੇ ਪੂਰੇ ਰੋਣਾ ਦਿੱਤਾ ਪੱਧਰ ਤੇ ਸੁਣਿਆ ਗਿਆ ਹੈ, ਕਿਸਾਨ ਜਥੇਬੰਦੀ ਦਾ ਅੰਦੋਲਨ। ਇਸ ਅੰਦੋਲਨ ਦਾ ਪੰਜਾਬ ਦੇ ਪੋਲੀਟੀਕਲ ਸੀਨ ਤੇ ਕੀ ਇੰਪੈਕਟ ਪਏਗਾ,
ਇਹ ਤਾਂ ਮੈਂ ਸਵਾਲ ਤੁਹਾਡੇ ਕੋਲ ਲੈ ਹੀ ਰਿਹਾ, ਪਰ ਇੱਕ ਨਾਲ ਹੀ ਅਹਿਮ ਸਵਾਲ ਇਹ ਵੀ ਜੁੜਿਆ ਹੈ ਕਿ ਇੱਕ ਦਿਨ ਪਹਿਲਾਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਕਿਸਾਨੀ ਮੁੱਦੇ ਤੇ ਮਿਲ ਕੇ ਆ ਕੇ ਕਹਿ ਕੇ ਆਇਆ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ। ਪਰ ਮੈਂ ਨਾਲ ਸਵਾਲ ਤੁਹਾਡੇ ਕੋਲ ਇਹ ਵੀ ਲੈ ਰਿਹਾ, ਚੰਗਾ ਹੁੰਦਾ ਜੇ ਮੁੱਖ ਮੰਤਰੀ ਇਹ ਵੀ ਦੱਸ ਦਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਦਾ ਕਿਹੋ ਜਿਹਾ ਹੰਗਾਰਾ ਸੀ ਇਸ ਮਾਮਲੇ ਤੇ। ਜੀ ਹਰਕਮਲ ਜੀ। ਦੇਖੋ ਜਗਤਾਰ ਜੀ, ਗੱਲ ਇਹ ਵੇ, ਉਹ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ, ਉਹਦੇ ਲੀਡਰ ਤੇ ਸਾਰੇ ਇਸ ਗੱਲ ਤੇ ਸ਼ੱਕ ਕਰ ਰਹੇ ਨੇ ਕਿ ਜੇ ਉਹਨਾਂ ਦੇ ਸੀਐਮ ਜਾ ਕੇ ਮੋਦੀ ਨੂੰ ਮਿਲੇ ਨੇ ਜਾਂ ਅਮਿਤ ਸ਼ਾਹ ਨੂੰ ਮਿਲੇ ਨੇ, ਕਿ ਕੀ ਉਹਦਾ ਕੋਈ ਪੋਲੀਟੀਕਲ ਰੀਜ਼ਨ ਹੋਰ ਤੇ ਨਹੀਂ ਸੀ ਹੈਗਾ, ਕਿਉਂਕਿ ਉਹਨਾਂ ਦੀ ਨੇੜਤਾ ਪਹਿਲਾਂ ਵੀ ਉਹਨਾਂ ਦੇ ਨਾਲ ਸਮਝੀ ਜਾਂਦੀ ਹੈ। ਆਫਟਰ ਆਲ ਉਹਨਾਂ ਨੇ ਕੋਈ ਨਾ ਕੋਈ ਇਸ਼ੂ ਤੇ ਲੈ ਕੇ ਜਾਣਾ ਸੀ, ਕੋਈ ਪਹਿਲੀ ਵਾਰ ਨਹੀਂ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਿਸਾਨਾਂ ਦੇ ਮੁੱਦੇ ਤੇ ਮੋਦੀ ਨੂੰ ਚਿੱਠੀ ਲਿਖ ਚੁੱਕੇ ਨੇ, ਇੱਕ ਦੋ ਵਾਰੀ ਇਸ਼ੂ ਚੁੱਕ ਚੁੱਕੇ ਨੇ ਉਹਨਾਂ ਦੇ ਨਾਲ। ਇਹ ਪਹਿਲਾਂ ਵੀ ਮੇਰੇ ਖਿਆਲ 'ਚ ਜੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦਾ ਹੁੰਗਾਰਾ ਕੀ ਹੈਗਾ ਸੀ, ਤੇ ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਇਦ ਇਹ ਇਸ਼ੂ ਕੋ ਉੱਥੇ ਬਹੁਤ ਸੀਰੀਅਸਲੀ ਚੁੱਕਿਆ ਵੀ ਨਹੀਂ ਹੋਣਾ। ਕਾਰਨ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਜਿਹੜੀ ਮੀਟਿੰਗ ਸੀ, ਉਹਦੇ 'ਚ ਜੋ ਜਿਵੇਂ ਦੇ ਸਾਨੂੰ ਇਸ਼ੂਜ਼ ਬਾਹਰ ਆਏ ਨੇ, ਜਿਵੇਂ ਉਹਨਾਂ ਨੇ ਮੇਨ ਲਾਅ ਐਂਡ ਆਰਡਰ ਦੇ ਉੱਤੇ ਇੱਕ ਗੱਲ ਕੀਤੀ ਪ੍ਰਾਈਮ ਮਿਨਿਸਟਰ ਦੇ ਨਾਲ ਜਾ ਕੇ, ਜਾਂ ਉਸ ਤੋਂ ਪਹਿਲਾਂ ਹੋਮ ਮਿਨਿਸਟਰ ਦੇ ਨਾਲ ਵੀ ਜਾ ਕੇ। ਜੇ ਤੁਸੀਂ ਸਰਕਾਰ ਦਾ ਪ੍ਰੈਸ ਨੋਟ ਧਿਆਨ ਦੇ ਨਾਲ ਪੜ੍ਹੋ, ਉਹਦੇ 'ਚ ਲਿਖਿਆ ਉਹਨਾਂ ਨੇ ਕਿ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਗ੍ਰੇਵ ਹੈਗੀ ਹੈ। ਗ੍ਰੇਵ ਮੀਨਸ ਗ੍ਰੇਵ ਯਾਰਡ ਤੱਕ ਪਹੁੰਚੀ ਹੋਈ ਹੈ। ਔਰ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਨੂੰ ਬਹੁਤ ਸੀਰੀਅਸ ਥ੍ਰੈਟ ਹੈਗਾ ਸਰਹੱਦ ਪਾਰ ਤੋਂ। ਡਰੋਨਸ ਜਿਹੜੇ ਨੇ ਪੰਜਾਬ 'ਚ ਆ ਕੇ ਟਿਫਨ ਸੁੱਟ ਰਹੇ ਨੇ। ਹਾਲਾਂਕਿ ਉਹ ਜਿਹੜਾ ਟਿਫਨ ਸੁੱਟਿਆ ਤੇ ਮੈਨੂੰ ਕੋਈ ਗੱਲ ਲੱਗਦੀ ਨਹੀਂ ਉਹਦੇ 'ਚ ਏਡੀ, ਜਿਵੇਂ ਦੀ ਹਿੰਦੁਸਤਾਨ ਟਾਈਮਜ਼ ਨੇ ਸਟੋਰੀ ਛਾਪੀ ਹੈ। ਉਹ ਕਹਿੰਦੇ ਇੱਕ ਪਿੰਡ ਦੇ ਵਿੱਚੋਂ ਇੱਕ ਪਿੰਡ ਦੇ ਬੰਦੇ ਨੇ ਸਿਰਫ ਉਹ ਡਰੋਨ ਦੀ ਆਵਾਜ਼ ਸੁਣੀ ਹੈ ਤੇ ਉਹਨੂੰ ਟਿਫਨ ਦਾ ਪਤਾ ਲੱਗਾ, ਅਦਰਵਾਈਜ਼ ਸਾਰੇ ਪਿੰਡ 'ਚ ਕਿਸੇ ਨੂੰ ਪਤਾ ਨਹੀਂ। ਬਾਰਡਰ ਤੋਂ ਉਹ ਲੰਘ ਕੇ ਆਇਆ ਡਰੋਨ, BSF ਨੂੰ ਕਿਤੇ ਪਤਾ ਨਹੀਂ ਹੈਗਾ ਉਹਦੇ ਪਿੱਛੇ ਕੀ ਕਹਾਣੀ ਹੈ। ਇਹ ਤੇ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ। ਪਰ ਮੈਨੂੰ ਲੱਗਦਾ ਕਿ ਜਿਵੇਂ ਇੱਕ ਹਊਆ ਖੜਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ, ਔਰ ਜਿਵੇਂ ਸੈਂਟਰ ਤੋਂ 25 ਕੰਪਨੀਆਂ ਮੰਗੀਆਂ ਜਾ ਰਹੀਆਂ ਜਿਹੜੀਆਂ ਕਿ ਅੱਤਵਾਦ ਦੇ ਟਾਈਮ ਦੇ ਵਿੱਚ ਪੰਜਾਬ 'ਚ ਇਹੋ ਜਿਹੀ ਸਟਰੈਂਥ ਸੈਂਟਰਲ ਫੋਰਸਿਸ ਦੀ ਹੁੰਦੀ ਸੀ। ਮੈਨੂੰ ਤੇ ਇਹ ਨਹੀਂ ਸਮਝ ਪੈ ਰਹੀ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦਾ ਇਹ ਹਊਆ ਖੜਾ ਕੀਤਾ ਜਾ ਰਿਹਾ ਹੈ, ਇਹਦਾ ਮਕਸਦ ਕੀ ਹੈਗਾ। ਮੁੱਖ ਮੰਤਰੀ ਇਹ ਇਸ਼ੂ ਕਿਉਂ ਖੜਾ ਕਰ ਰਹੇ ਨੇ। ਦੇਖੋ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਬੜਾ ਕਲੀਅਰ ਕਰ ਦਿੱਤਾ ਹੈ ਕਿ ਜੇ ਤੁਸੀਂ ਕਿਤੇ ਪ੍ਰੈਜ਼ੀਡੈਂਟ ਰੂਲ ਲਾਉਣਾ ਹੈ ਤੇ ਇੱਕੋ ਇੱਕ ਇਸ਼ੂ ਲਾਅ ਐਂਡ ਆਰਡਰ ਤੇ ਹੋ ਸਕਦਾ ਹੈ। ਇਹਦੇ ਤੋਂ ਇਲਾਵਾ ਹੋਰ ਕੋਈ ਕਿਸੇ ਮੁੱਦੇ ਤੇ ਤੁਸੀਂ ਪ੍ਰੈਜ਼ੀਡੈਂਟ ਰੂਲ ਨਹੀਂ ਲਾ ਸਕਦੇ। ਹੁਣ ਇਹ ਕੀ ਗੱਲ ਕਰਕੇ ਆਏ ਨੇ ਕਿਸਾਨਾਂ ਦੇ ਮੁੱਦੇ ਤੇ, ਮੈਨੂੰ ਨਹੀਂ ਸਮਝ ਪੈਂਦੀ। ਲੇਕਿਨ ਜਿਹੜੀ ਦੂਜੀ ਗੱਲ ਤੁਸੀਂ ਕਿਸਾਨਾਂ ਦੀ ਕਹਿ ਰਹੇ ਹੋ, ਮੈਨੂੰ ਕਿਸੇ ਨੇ ਕੁਝ ਦਿਨ ਪਹਿਲਾਂ ਇੱਕ ਬੜੀ ਇੰਟਰਸਟਿੰਗ ਗੱਲ ਕਹੀ। ਉਹ ਕਹਿੰਦੇ ਜੀ ਗੱਲ ਇਹ ਵੇ ਕਿ ਜੇ ਕਿਸਾਨਾਂ ਦੇ ਕੱਲ ਨੂੰ ਕਿਸਾਨ ਇਹ ਫੈਸਲਾ ਕਰ ਲੈਣ ਕਿ ਅਸੀਂ ਇਲੈਕਸ਼ਨਾਂ 'ਚ ਪਾਰਟਿਸਿਪੇਟ ਹੀ ਨਹੀਂ ਕਰਨਾ, ਅਸੀਂ ਬਾਈਕਾਟ ਕਰਨਾ ਹੈ, ਤੇ ਇਸ ਇਲੈਕਸ਼ਨ ਦੀ ਰੂਪਰੇਖਾ ਕੀ ਹੋਏਗੀ। ਮੈਂ ਬੜਾ ਹੀ ਹੈਰਾਨ ਹੋ ਗਿਆ ਸੁਣ ਕੇ। ਕਹਿੰਦੇ ਜੀ ਹੋ ਵੀ ਸਕਦਾ, ਕੋਈ ਪਤਾ ਨਹੀਂ ਕਿਸਾਨ ਕੱਲ ਨੂੰ ਕੀ ਕਰਨ। ਸੋ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈਗਾ, ਅਸੀਂ ਉਹਨੂੰ ਬਹੁਤਾ ਸੀਰੀਅਸਲੀ ਅਜੇ ਨਹੀਂ ਲੈ ਰਹੇ, ਲੇਕਿਨ ਆਉਣ ਵਾਲੀਆਂ ਇਲੈਕਸ਼ਨਾਂ ਲਈ ਇਹ ਬਹੁਤ ਇੱਕ ਸੀਰੀਅਸ ਇਸ਼ੂ ਹੋ ਸਕਦਾ ਹੈ। ਰੀਜ਼ਨ ਬੀਇੰਗ ਪੰਜਾਬ ਦੀ ਕਿਸਾਨੀ ਪੰਜਾਬ ਦੇ ਪੋਲੀਟੀਕਲ ਸਿਸਟਮ ਲਈ ਬੇਹੱਦ ਇੰਪੋਰਟੈਂਟ ਹੈਗੀ ਹੈ। ਔਰ ਕੱਲ ਦੀਆਂ ਜਿਹੜੀਆਂ ਇਲੈਕਸ਼ਨਾਂ ਪੰਜਾਬ 'ਚ ਆ ਰਹੀਆਂ ਉਹਦੇ 'ਚ ਇਹਨਾਂ ਦੀ ਬਹੁਤ ਅਹਿਮ ਭੂਮਿਕਾ ਹੋ ਸਕਦੀ ਹੈ। ਔਰ ਜੋ ਕਿਸਾਨ ਅੰਦੋਲਨ ਰੁਖ ਲਏਗਾ ਇਲੈਕਸ਼ਨਾਂ ਪ੍ਰਤੀ, ਮੈਨੂੰ ਲੱਗਦਾ ਹੈ ਕਿ ਉਹ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੋਏਗਾ ਔਰ ਇਲੈਕਸ਼ਨਾਂ ਤੇ ਸਭ ਤੋਂ ਵੱਡਾ ਅਸਰ ਪਾਏਗਾ। ਜੀ ਬਿਲਕੁਲ ਠੀਕ। ਜਿਹੜਾ ਡਾਕਟਰ SP ਸਿੰਘ ਜੀ, ਇਸੇ ਮੁੱਦੇ ਤੇ ਸਵਾਲ, ਕਿਉਂਕਿ ਪੰਜਾਬ ਚੋਂ ਕਿਸਾਨੀ ਅੰਦੋਲਨ ਉੱਠਿਆ, ਦਿੱਲੀ ਦੀਆਂ ਬੂਹਾਂ ਤੇ ਪਹੁੰਚਿਆ ਤੇ ਹੁਣ ਕੌਮਾਂਤਰੀ ਪੱਧਰ ਤੇ ਆਵਾਜ਼ ਬੁਲੰਦ ਹੋ ਰਹੀ ਹੈ। ਪੰਜਾਬ ਦੀਆਂ ਰਾਜਸੀ ਧਿਰਾਂ ਤਾਂ ਆਪਣੀ ਸੱਤਾ ਹਾਸਲ ਕਰਨ ਦੀ ਲੜਾਈ ਲੜ ਰਹੀਆਂ, ਪਰ ਇਹ ਧਿਰ ਹੈ ਜਿਹੜੀ ਪੰਜਾਬ ਦੇ ਇੱਕ ਕਿਸਾਨੀ ਜੁੜੇ ਜਿਹੜੇ ਵੱਡੇ ਮੁੱਦੇ ਆ ਉਹ ਮੁੱਦੇ ਤੇ ਲੜਾਈ ਲੜ ਰਹੇ ਹੈ। ਕਿਵੇਂ ਲੱਗਦਾ ਹੈ ਕਿ ਅਗਰ ਕਿਸਾਨੀ ਅੰਦੋਲਨ ਕੱਲ ਨੂੰ ਕੋਈ ਫੈਸਲਾ ਦਿੰਦਾ ਇਸ ਤਰ੍ਹਾਂ ਦਾ ਕਿ ਪੰਜਾਬ ਦੀਆਂ ਰਾਜਸੀ ਪ੍ਰਸਥਿਤੀਆਂ ਦੇ ਵਿੱਚ ਚੋਣਾਂ ਲੜਨੀਆਂ ਨਹੀਂ ਲੜਨੀਆਂ, ਹਰਕਮਲ ਜੀ ਕਹਿੰਦੇ ਜਾਂ ਕਿਸ ਦੀ ਹਮਾਇਤ ਕਰਨੀ ਹੈ, ਇੱਕ ਵੱਡਾ ਇੰਪੈਕਟ, ਤੇ ਮੁੱਖ ਮੰਤਰੀ ਦਾ ਇਸ ਮੌਕੇ ਤੇ ਜਾ ਕੇ ਕਹਿਣਾ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਜੀ ਇਹਦੀ ਗੱਲ ਮੰਨੋ, ਕਿਉਂਕਿ ਨਹੀਂ ਤਾਂ ਬਾਰਡਰ ਸਟੇਟ ਆ, ਬਹੁਤ ਵੱਡਾ ਅਸਰ ਪੈ ਰਿਹਾ ਇਹਦਾ। ਦੇਖੋ ਇਹ ਗੱਲ ਜਿਹੜੀ ਹੈ ਬੜੀ ਸਪਸ਼ਟ ਹੈ ਕਿ ਅਸੀਂ ਤਾਂ ਉਮੀਦ ਕਰਨੇ ਆ ਗਏ ਕਿ ਇਲੈਕਸ਼ਨ ਤੋਂ ਪਹਿਲਾਂ ਕਿਸਾਨੀ ਮੁੱਦਾ ਦਾ ਜਿਹੜਾ ਉਹ ਹੱਲ ਹੋ ਜਾਏ, ਪਰ ਬਦਕਿਸਮਤੀ ਨਾਲ ਜੇ ਨਹੀਂ ਹੁੰਦਾ
ਤੇ ਹਰਕਮਲਜੀਤ ਉਹਨਾਂ ਦਾ ਇਹ ਜਿਹੜਾ ਖਦਸ਼ਾ ਹੈ ਕਿ ਕਿਸਾਨ ਮੋਰਚੇ ਵਾਲੇ ਬਾਈਕਾਟ ਦੀ ਕਾਲ ਦੇਣਗੇ ਔਰ ਉਸ ਤੋਂ ਬਾਅਦ ਜਿਹੜਾ ਉਹ ਇਲੈਕਸ਼ਨ ਜਿਹੜੀ ਅਫੈਕਟ ਹੋਏਗੀ, ਇਹ ਹਾਲਤ ਸਾਡੀ ਉਹੀ ਬਣੇਗੀ ਜਿਹੜੀ ਟੈਰਰਿਜ਼ਮ ਤੋਂ ਡਰਦਿਆਂ ਹੋਇਆਂ ਕਾਲ ਦੇ ਦਿੱਤੀ ਸੀ ਖਾਲਸਾਈ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਕਿ ਇਲੈਕਸ਼ਨ ਦਾ ਬਾਈਕਾਟ ਕਰੋ, ਤੇ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਹੀ ਕਾਂਗਰਸ ਦੇ ਬੇਅੰਤ ਸਿੰਘ ਜਿਹੜੇ ਨੇ ਉਹ ਪਾਵਰਫੁਲ ਜਿਹੜੇ ਸਨ ਉਹ ਹੋ ਗਏ ਸਨ। ਸੋ ਤੁਸੀਂ ਇਸ ਗੱਲ ਨੂੰ ਇਸ ਪਾਸੇ ਸਮਝੋ ਕਿ ਇਹ ਐਕਸਪੀਰੀਅੰਸ ਤੋਂ ਬਾਅਦ ਕਿਸਾਨ ਮੋਰਚੇ ਦੇ ਵਿੱਚ ਵੀ ਸਾਰੇ ਜਿਹੜੇ ਲੋਕ ਹੈ ਨੇ ਉਹ ਮੂਲ ਤੌਰ ਤੇ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਨੇ। ਅਜਿਹੀ ਸੰਭਾਵਨਾ ਜਿਹੜੀ ਹੈ ਉਹ ਨਹੀਂ ਰੱਖੀ ਜਾ ਸਕਦੀ। ਦੂਜੀ ਗੱਲ ਇਹ ਵੀ ਸਮਝੋ ਕਿ ਜੇਕਰ ਇਸੇ ਕਿਸਾਨ ਮੋਰਚੇ ਦੇ ਦੌਰਾਨ ਪੰਚਾਇਤ ਚੋਣਾਂ ਵੀ ਹੋ ਸਕਦੀਆਂ ਨੇ, ਨਗਰ ਪਾਲਿਕਾ ਚੋਣਾਂ ਵੀ ਹੋ ਸਕਦੀਆਂ ਨੇ, ਜ਼ਿਲ੍ਹਾ ਪਰਿਸ਼ਦ ਵਿੱਚ ਚੋਣਾਂ ਹੋ ਸਕਦੀਆਂ ਨੇ, ਤੇ ਫਿਰ ਇਸ ਲੜਾਈ ਦੇ ਵਿੱਚ ਉੱਥੇ ਹੀ ਜਾਣਗੇ, ਕਿਉਂਕਿ ਕਿਸਾਨਾਂ ਨੂੰ ਵੀ ਇੱਕ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਬੀਜੇਪੀ ਨੂੰ ਛੱਡ ਕੇ ਵੱਧ ਤੋਂ ਵੱਧ ਜਿਹੜੀ ਹੈ ਕਿਸਾਨੀ ਮੋਰਚੇ ਦੀ ਬਾਹਰ ਬੈਠਿਆਂ ਹਮਾਇਤ ਕੀਤੀ ਹੈ ਆਪਣੀ ਆਪਣੀ ਸਮਝ ਮੁਤਾਬਕ ਜਾਂ ਆਪਣੀ ਆਪਣੀ ਸਮਰੱਥਾ ਮੁਤਾਬਕ, ਔਰ ਇੱਕ ਦੂਜੇ ਤੋਂ ਵੱਧ ਕੇ ਜਿਹੜਾ ਹੈ ਉਹ ਅੱਗੇ ਨਾਰਾ ਲਾਉਣ ਨੂੰ ਤਿਆਰ ਹੋਏ ਨੇ। ਭਾਵੇਂ ਕੱਲ੍ਹ ਦੀ ਰਾਜ ਸਭਾ ਦਾ ਦੇਖੋ ਜਾਂ ਕੱਲ੍ਹ ਦਾ ਲੋਕ ਸਭਾ ਦੇਖੋ, ਇਸ ਤੋਂ ਪਹਿਲਾਂ ਵੀ ਭਾਵੇਂ ਜੰਤਰ ਮੰਤਰ ਤੇ ਕਾਂਗਰਸ ਐਮਪੀ ਦਾ ਧਰਨੇ ਦੀ ਗੱਲ ਦੇਖੋ, ਪੰਜਾਬ ਵਿੱਚ ਰੈਲੀਆਂ ਦਾ ਦੇਖੋ, ਬੀਜੇਪੀ ਦੇ ਬਾਈਕਾਟ ਦੀ ਗੱਲ ਦੇਖੋ, ਇਹ ਸਾਰੀ ਗੱਲ ਜਿਹੜੀ ਹੈ ਇਸ ਕਰਕੇ ਰਾਜਨੀਤਿਕ ਤੌਰ ਦੇ ਉੱਤੇ ਸਾਰੀਆਂ ਪਾਰਟੀਆਂ ਆਪਣਾ ਆਪਣਾ ਜਿਹੜਾ ਦਿਖਾਵਾ ਭਾਵੇਂ ਕਰ ਰਹੀਆਂ ਨੇ ਉਹ ਯਤਨ ਕਰ ਰਹੀਆਂ ਨੇ। ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਅਮਿਤ ਸ਼ਾਹ ਨੂੰ ਔਰ ਮੋਦੀ ਉਹਨਾਂ ਨੂੰ ਮਿਲਣ ਦੀ ਗੱਲ ਹੈ, ਉਹਦੇ ਜਿਹੜੇ ਨੇ ਤੁਸੀਂ ਕਈ ਜਿਹੜੀਆਂ ਨੇ ਰੈਮੀਫਿਕੇਸ਼ਨ ਜਿਹੜੀਆਂ ਨੇ ਦੇਖ ਸਕਦੇ ਹੋ। ਇੱਕ ਗੱਲ ਬਿਲਕੁਲ ਠੀਕ ਵੀ ਲੱਗਦੀ ਹੈ ਕਿ ਸ਼ਾਇਦ ਕੈਪਟਨ ਬੀਜੇਪੀ ਨਾਲ ਰਲਿਆ ਨਾ ਉਸ ਉੱਧਰ ਤੱਕ ਹੋਵੇ, ਲੇਕਿਨ ਇੱਕ ਗੱਲ ਪੱਕੀ ਹੈ ਕਿ ਉਹਨੇ ਹਾਈ ਕਮਾਂਡ ਨੂੰ ਇਹ ਦੱਸਦਾ ਹੈ ਕਿ ਮੇਰਾ ਜਿਹੜਾ ਰਾਬਤਾ ਜਿਹੜਾ ਹੈ ਉਹ ਕੇਂਦਰੀ ਲੀਡਰਸ਼ਿਪ ਨਾਲ, ਭਾਜਪਾ ਲੀਡਰਸ਼ਿਪ ਨਾਲ ਜਿਹੜੀ ਹੈ ਉਹ ਕਾਫੀ ਹੈ, ਤੇ ਕੋਈ ਅਜਿਹਾ ਕੰਮ ਨਾ ਕਰਨਾ ਕਿ ਜਿਹਦੇ ਵਿੱਚ ਕੇਂਦਰ ਸਰਕਾਰ ਦੀ ਜਿਹੜੀ ਹੈ ਉਹ ਮੈਨੂੰ ਹਮਾਇਤ ਹੋਵੇ ਤੇ ਤੁਹਾਡਾ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਹੋ ਜਾਏ। ਸੋ ਇਸ ਕਰਕੇ ਉਹ ਮੈਸੇਜ, ਕਿਉਂਕਿ ਲੋਕਾਂ ਨੂੰ ਮੋਦੀ ਨੂੰ ਮਿਲਣ ਲਈ, ਹੋਰ ਸੂਬਿਆਂ ਦੇ ਚੀਫ ਮਿਨਿਸਟਰ ਨੂੰ ਮਿਲਣ ਲਈ ਲੰਬੇ ਸਮੇਂ ਲੱਗਦੇ ਨੇ, ਜਿਵੇਂ ਉਹ ਇੱਕ ਦਿਨ 'ਚ ਸਾਰਿਆਂ ਨੂੰ ਮਿਲ ਗਏ, ਉਹਦੇ ਵਿੱਚ ਬੀਜੇਪੀ ਨਾਲ ਜਿਹੜਾ ਇੱਕ ਰਾਬਤਾ ਤਾਂ ਜਿਹੜਾ ਪਹਿਲਾਂ ਵੀ ਐਸਟੈਬਲਿਸ਼ਡ ਹੈ, ਕੋਈ ਭੁਲੇਖਾ ਕਿਸੇ ਨੂੰ ਹੈ ਨਹੀਂ। ਲੇਕਿਨ ਇਸ ਮੌਕੇ ਦੇ ਉੱਤੇ ਜਿਵੇਂ ਨਵਜੋਤ ਸਿੱਧੂ ਨੇ ਆਪ ਆਦਮੀ ਪਾਰਟੀ ਜਾਣ ਦਾ ਦਬਕਾ ਲਾਤਾ ਸੀ, ਉਸ ਤੇ ਡਰਦਿਆਂ ਉਹਨੂੰ ਜਿਹੜਾ ਉਹ ਕਾਂਗਰਸ ਪ੍ਰਧਾਨ ਬਣਾਇਆ, ਇਸ ਤਰ੍ਹਾਂ ਇਹ ਆਪਣੀ ਕੁਰਸੀ ਔਰ ਅਗਲੀਆਂ ਟਿਕਟਾਂ ਦੀ ਵੰਡ ਦੇ ਵਿੱਚ ਆਪਣੀ ਜਿਹੜੀ ਹੈ ਉਹ ਹੈਂਕੜ ਜਿਹੜੀ ਹੈ ਕੈਪਟਨ ਨੇ ਦਿਖਾਉਣ ਲਈ ਇਹ ਵਿਜ਼ਿਟ ਰੱਖੀ ਹੈ। ਕਿਸਾਨੀ ਮੋਰਚੇ ਦੀਆਂ ਗੱਲਾਂ ਜਿਹੜੀਆਂ ਨੇ ਜਾ ਕੇ ਇੱਕ ਮਿੰਟ ਕਰ ਵੀ ਲਈ, ਦੂਜੀ ਵੀ ਕਰ ਲਈ, ਕਈ ਇਹ ਜਿਹੇ ਲੋਕ ਮਿਲਦੇ ਗਏ, ਉਹਦਾ ਕੋਈ ਮੋਦੀ ਤੇ ਨਾ ਅਸਰ ਹੈ ਤੇ ਨਾ ਇਹਨਾਂ ਗੱਲਾਂ ਦਾ ਕੋਈ ਅਸਰ ਹੈ, ਪ੍ਰੋਵਾਈਡਡ ਜੇ ਉਹ ਇਹ ਗੱਲ ਕਹਿ ਕੇ ਆਉਂਦਾ ਕੈਪਟਨ ਕਿ ਜੇਕਰ ਤੁਸੀਂ ਨਹੀਂ ਮੰਨੋਗੇ ਤਾਂ ਫਿਰ ਅਸੀਂ ਸਰਕਾਰ ਵੱਲੋਂ ਇਹ ਤੁਹਾਡਾ ਨੁਕਸਾਨ ਕਰ ਦਿਆਂਗੇ। ਇਹੋ ਜਿਹੀ ਨਾ ਸਮਰੱਥਾ ਕੈਪਟਨ ਅਮਰਿੰਦਰ ਸਿੰਘ 'ਚ ਹੈ ਤੇ ਨਾ ਹੀ ਉਹਦੀ ਉਮੀਦ ਜਿਹੜੀ ਹੈ ਰੱਖੀ ਜਾ ਸਕਦੀ ਹੈ। ਸਪਸ਼ਟ ਤੌਰ ਦੇ ਉੱਤੇ ਇਹ ਮੀਟਿੰਗ ਤੋਂ ਬਾਅਦ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਆਪਣੀ ਸ਼ਕਤੀ ਦਿਖਾਉਣ ਦਾ ਜਿਹੜਾ ਕੈਪਟਨ ਨੂੰ ਇੱਕ ਹੋਰ ਮੌਕਾ ਮਿਲਿਆ, ਔਰ ਉਹ ਸ਼ਕਤੀ ਜਿਹੜੀ ਨਵਜੋਤ ਸਿੱਧੂ ਆਪਣੇ ਛੱਡ ਕੇ ਜਾਣ ਦੇ ਦਬਕੇ ਨਾਲ ਜਿਹੜੀ ਸੀ ਉਹ ਦਿਖਾਉਂਦਾ ਸੀ, ਉਹਨੂੰ ਉਹਨਾਂ ਕਾਊਂਟਰ ਜਿਹੜਾ ਕੀਤਾ ਹੈ। ਇੱਕ ਪੋਲੀਟੀਕਲ ਗੇਮ ਤੋਂ ਵੱਧ ਇਹ ਸਾਰੀਆਂ ਮਿਲਣੀਆਂ ਕੁਝ ਨਹੀਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ, ਕਿਸਾਨੀ ਅੰਦੋਲਨ ਨਾਲ ਤੁਸੀਂ ਤਾਂ ਲੰਬੇ ਸਮੇਂ ਤੋਂ ਜੁੜੇ ਵੀ ਹੋ, ਉਤਰਾਅ ਚੜ੍ਹਾਅ ਸਾਰੇ ਤੁਹਾਡੇ ਨਜ਼ਰਾਂ 'ਚ ਦੀ ਨਿਕਲੇ ਹੈ, ਪਰ ਜੋ ਸਥਿਤੀ ਇਸ ਵੇਲੇ ਬਣੀ ਹੈ ਪੰਜਾਬ ਦੀਆਂ ਪੋਲੀਟੀਕਲ ਪ੍ਰਸਥਿਤੀਆਂ ਨੂੰ ਲੈ ਕੇ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਔਰ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮੋਦੀ ਨਾਲ ਮੁਲਾਕਾਤ ਕਰਕੇ ਗੱਲ ਕਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ। ਦੇਖੋ, ਜਿੱਥੋਂ ਤੱਕ ਤੇ ਕਿਸਾਨਾਂ ਦਾ ਸਵਾਲ ਹੈਗਾ ਆ, ਉਹ ਬਾਰ-ਬਾਰ ਦੱਸ ਚੁੱਕੇ ਆ, ਮੀਟਿੰਗਾਂ ਕਰਕੇ, ਪ੍ਰੈਸ ਕਾਨਫਰੰਸਾਂ ਕਰਕੇ ਦੱਸ ਚੁੱਕੇ ਆ ਕਿ ਜਦ ਤੱਕ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, MSP ਤੈਅ ਨਹੀਂ ਹੁੰਦੀ, ਅਸੀਂ ਕੋਈ ਪੈਰਲਲ ਨਵਾਂ ਰਾਜਨੀਤਿਕ ਸੰਕਟ ਨਹੀਂ ਖੜਾ ਕਰਨਾ, ਨਵਾਂ ਕੋਈ ਜਿਹਨੂੰ ਪੰਜਾਬੀ 'ਚ ਕਹੋ ਪੰਗਾ ਨਹੀਂ ਲੈਣਾ। ਇੱਥੇ ਦੇਖੋ ਜਿਹੜਾ ਅਸੈਂਬਲੀ 'ਚ ਆਉਣਾ, ਇਹ ਸੱਤਾ ਪਾਉਣਾ ਹੈਗਾ, ਲੋਕਾਂ ਕੋਲੋਂ ਸੱਤਾ ਪਾਉਣਾ, ਫਿਰ ਉਹ ਜਿਸ ਤਰ੍ਹਾਂ ਸੱਤਾ ਵਰਤਦੇ ਆ ਲੀਡਰ, ਉਹ ਸਾਨੂੰ ਸਾਰਿਆਂ ਨੂੰ ਪਤਾ। ਇਹ ਬਦਨਾਮੀ ਦਾ ਇੱਕ ਇੰਝ ਕਹਿ ਲਓ ਕਿ ਠਿਕਾਣਾ ਹੈਗਾ। ਉੱਥੇ ਇੱਕ ਜੁਝਾਰੂ ਇਨਕਲਾਬੀ ਤੇ ਸਾਰੀ ਦੁਨੀਆ ਦੇ ਵਿੱਚ ਵਾਹਵਾਹੀ ਕਰਵਾਉਣ ਦਾ ਇੱਕ ਮੋਰਚਾ ਹੈਗਾ। ਉਹਦੇ 'ਚ ਤਿੰਨੇ ਜਗ੍ਹਾ ਦੇ ਉੱਤੇ ਹੀ, ਸਿੰਘੂ ਬਾਰਡਰ 'ਤੇ ਵੀ ਹੈ, ਟਿਕਰੀ 'ਤੇ ਵੀ ਹੈ, ਗਾਜ਼ੀਪੁਰ ਦੇ ਵਿੱਚ ਵੀ ਹੈ। ਇਸ ਲਈ ਉਹ ਦੋਵੇਂ ਚੀਜ਼ਾਂ ਜਿਹੜੀਆਂ ਇੱਕ ਵਿਪਰੀਤ ਆ, ਸਾਹਮਣੇ ਉਹ ਇੱਕੋ ਸਮੇਂ ਤੇ ਦੋਵਾਂ ਨੂੰ ਸ਼ੁਰੂ ਕਰ ਲੈਣਗੇ
ਤੇ ਦੋਵਾਂ ਕੀ ਫੇਲ ਹੋਣਗੇ ਬੜੀ ਬੁਰੀ ਤਰੀਕੇ ਨਾਲ। ਇਹ ਉਹਨਾਂ ਨੂੰ ਕਲੀਅਰ ਹੈ, ਲੀਡਰਾਂ ਨੂੰ ਕਲੀਅਰ ਹੈ। ਇਸ ਲਈ ਬਾਈਕਾਟ ਨਹੀਂ ਕਰਨਗੇ, ਬਿਲਕੁਲ ਨਹੀਂ ਕਰਨਗੇ। ਇਹ ਅੱਗੇ ਵੀ ਨਹੀਂ ਕਦੀ ਕੀਤਾ। ਅਗਰ ਹਾਂ ਹੁਣੀ ਕਦੀ ਕਿਸੇ ਇਲੈਕਸ਼ਨ 'ਚ ਆਪਣਾ ਸਿੱਧਾ ਕਿਸੇ ਦੀ ਸਪੋਰਟ ਨਹੀਂ ਕਰਦੇ, ਨਾ ਖੜੇ ਹੁੰਦੇ ਆ, ਪਰ ਉਹਨਾਂ ਦੇ ਬੰਦੇ ਵੋਟਾਂ ਤੇ ਪਾਉਂਦੇ ਆ, ਉਹਨਾਂ ਤੇ ਛੱਡ ਦਿੰਦੇ ਆ। ਅੰਦਰੋਂ ਅੰਦਰੀ ਕੀ ਗੱਲਾਂ ਹੁੰਦੀਆਂ ਉਹ ਜਾਣਨ। ਇਹੋ ਹੀ ਐਤਕੀ ਹੋਊਗਾ ਮੇਰਾ ਖਿਆਲ, ਜਿਸ ਤਰ੍ਹਾਂ ਪਿੱਛੇ ਹੁੰਦਾ ਆਇਆ। ਰਹੀ ਗੱਲ ਕਿ ਕੈਪਟਨ ਸਾਹਿਬ ਕੀ ਕੰਨ 'ਚ ਫੂਕ ਮਾਰ ਰਹੇ ਆ, ਦੇਖੋ ਕੈਪਟਨ ਸਾਹਿਬ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਆਪਣਾ ਕਲਾਊਟ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਮਿਤ ਸ਼ਾਹ ਨੂੰ ਮਿਲੇ, ਕਿ ਜਿਵੇਂ ਕਿਤੇ ਅਮਿਤ ਸ਼ਾਹ ਨੇ ਇਹ ਕਹਿਤਾ ਹੋਵੇ ਕਿ ਅਸੀਂ ਕਾਲੇ ਕਾਨੂੰਨ ਤੇ ਵਾਪਸ ਲੈ ਲੈਂਦੇ ਹਾਂ। ਮੇਰੀ ਗੱਲ ਮੈਂ ਤੇ ਸਹਿਮਤ ਹਾਂ, ਜਰਾ ਆਪਣੇ ਬੌਸ ਦੇ ਵੀ ਕੰਨ 'ਚ ਗੱਲ ਪਾਇਆ, ਫਿਰ ਉਹ ਉੱਥੇ ਵੀ ਚਲੇ ਗਏ। ਐਉਂ ਬਾਹਰ ਆ ਕੇ ਇੰਪ੍ਰੈਸ਼ਨ ਦਿੱਤਾ ਕਿ ਮੇਰੀ ਤੇ ਸਾਰੀ ਬਹਿਸ ਹੀ ਇਸ ਗੱਲ ਹੀ ਹੋਈ ਹੈ ਕਿ ਤੁਸੀਂ ਕਾਲੇ ਕਾਨੂੰਨ ਵਾਪਸ ਲਓ ਖੇਤੀ ਵਾਲੇ, ਤੇ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਖਰਾਬ ਆ, ਤੇ ਜੇ ਤੁਸੀਂ ਨਹੀਂ ਲਏ ਤੇ ਉੱਥੇ ਹੋਰ ਮੇਰੇ ਹੱਥੋਂ ਬਸ ਬਾਹਰ ਚਲੇ ਜਾਊਗੀ। ਪਰ ਨਾਲ ਹੀ ਇੱਕ ਇੰਪਲੀਸਿਟ ਮੈਸੇਜ ਇਹ ਵੀ ਦੇ ਦਿੱਤਾ ਕਿ ਜਿਹੜੀ ਗੱਲ ਹਰਕਮਲ ਜੀ ਕਹਿ ਰਹੇ ਆ ਕਿ ਹੋ ਸਕਦਾ ਵੀ ਜੇ ਬਾਹਲੀ ਗੱਲ ਵਿਗੜਦੀ ਦਿਖੀ ਤੇ ਕੁਝ ਤੇ ਹੋਰ ਕਿਸੇ ਦੇ ਗੱਲ ਜਿਹਦੇ ਪਾਉਣੀ ਪਾਵਾਂਗੇ, ਪਰ ਉਹਦਾ ਹੱਲ ਇਹ ਨਿਕਲੂਗਾ ਕਿ ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਤਾਂ ਕਿ ਜੇ ਗੇਮ ਨਵਜੋਤ ਸਿੰਘ ਸਿੱਧੂ ਦੀ ਬਣਦੀ ਦਿਖੀ ਤਾਂ ਫਿਰ ਹੋਰ ਰੌਲਾ ਇਹੋ ਹੀ ਪਾ ਦਿਆਂਗੇ ਕਿ ਚਾਰ ਇੱਧਰ ਉੱਧਰ ਕਰ ਦਿਆਂਗੇ। ਅੱਗੇ ਨਹੀਂ ਹੋਇਆ, ਪਿਛਲੀ ਵਾਰੀ ਨਹੀਂ ਹੋਇਆ, ਪਿਛਲੀ ਵਾਰੀ ਵੀ ਤੇ ਆਹ ਕੁਛ ਹੋਇਆ ਨਾ, ਜਿਹੜਾ ਕਾਰ ਬੰਬ ਚੱਲਿਆ। ਇੱਕ ਸਵਾਲ ਜਿਹੜਾ ਬੰਬ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਸਵਾਲ ਇਹ ਵੀ ਹੈ ਜੋ ਹਰਕਮਲ ਜੀ ਦਾ ਤੁਸੀਂ ਕਮੈਂਟ ਦਾ ਜ਼ਿਕਰ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਇੱਕੋ ਡਾਇਰੈਕਸ਼ਨ ਦਿੱਤੀ ਵੀ ਹੈ ਕਿ ਜੇ ਅਗਰ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜੇ, ਉਹ ਸਥਿਤੀ ਦੇ ਵਿੱਚ ਹੀ ਗਵਰਨਰ ਰੂਲ ਲਾਗੂ ਹੋ ਸਕਦਾ ਹੈ। ਹੁਣ ਜੇ ਸੂਬੇ ਦੇ ਮੁੱਖ ਮੰਤਰੀ ਕਹਿ ਰਹੇ ਆ ਕਿ ਜੀ ਇੱਥੇ ਹਾਲਾਤ ਬਹੁਤ ਖਰਾਬ ਹੋ ਸਕਦੇ ਆ, ਪਾਕਿਸਤਾਨ ਦੀ ਗੱਲ ਕਰਦੇ ਆ, ਅਫਗਾਨਿਸਤਾਨ ਦੀ ਗੱਲ ਕਰਦੇ ਆ, ਕਿਸਾਨ ਅੰਦੋਲਨ ਦੀ ਗੱਲ ਕਰਦੇ ਆ, ਮੁੱਖ ਮੰਤਰੀ ਤਾਂ ਆਪ ਹੀ ਕਹਿ ਰਹੇ ਆ ਕਿ ਅੰਦੋਲਨ ਵਿੱਚ ਸਥਿਤੀ ਖਰਾਬ ਹੋ ਸਕਦੀ ਹੈ। ਬਿਲਕੁਲ ਸਿੱਧੂ ਸਾਹਿਬ, ਮੈਂ ਤੇ ਕਈ ਵਾਰੀ ਕਈ ਵਾਰੀ ਅਸੀਂ ਚਿੜ ਵੀ ਜਾਂਦੇ ਆ ਵੀ ਇਹ ਡਿਫੈਂਸ ਮਿਨਿਸਟਰ ਲੱਗੇ ਆ, ਜਾਂ ਇਹ ਇਸ ਵੇਲੇ ਫੌਜ ਵਿੱਚ ਬੈਠੇ ਆ, ਜਾਂ ਇਹਨਾਂ ਨੂੰ ਕੋਈ ਰॉ ਦੇ ਵਿੱਚ ਕੋਈ ਡਿਊਟੀ ਮਿਲੀ ਹੋਈ ਹੈ ਸਪੈਸ਼ਲ ਕਿ ਤੁਸੀਂ ਇਨਫੋਰਮੇਸ਼ਨ ਦੇਣੀ ਆ, ਜਾਂ ਇਹ ਫੋਰਨ ਮਿਨਿਸਟਰ ਹੈਗੇ ਆ ਕਿ ਇਹਨਾਂ ਦੀ ਬੜੀ ਡਿਊਟੀ ਬਣ। ਤੁਸੀਂ ਚੀਫ ਮਿਨਿਸਟਰ ਨੇ ਚੁੱਪ ਕਰਕੇ ਬੈਠੇ ਰਹੋ, ਉਹਨਾਂ ਕੋਲ ਸਾਰੀਆਂ ਏਜੰਸੀਆਂ ਹੈਗੀਆਂ, ਕੀ ਕਰਨਾ ਕੀ ਨਹੀਂ ਕਰਨਾ ਉਹ ਆਪੇ ਕਰਨਗੇ। ਪਾਕਿਸਤਾਨ ਤੋਂ ਡਰੋਨ ਆ ਗਿਆ ਜੀ, ਜੰਮੂ ਚ ਉਤਰ ਗਿਆ ਜੀ, ਹੁਣ ਇੱਧਰ ਨੂੰ ਹੋ ਗਿਆ ਜੀ। ਹੁਣ ਜਾਣੀ ਬੀਜੇਪੀ ਨਾਲ ਸੁਰ ਮਿਲਾ ਕੇ ਤੁਸੀਂ ਸਾਡੇ ਪਾਕਿਸਤਾਨ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਰਿਸ਼ਤੇ ਚੰਗੇ ਨਹੀਂ ਹੋਣ ਦੇਣੇ, ਤਾਂ ਕਿ ਜੇ ਲਾਂਘਾ ਖੁੱਲ ਗਿਆ ਤੇ ਸਾਨੂੰ ਪੰਜਾਬੀਆਂ ਨੂੰ ਕੋਈ ਆਰਥਿਕ ਤੌਰ ਤੇ ਲਾਹਾ ਨਾ ਮਿਲ ਜੇ। ਇਹਦੇ ਉਲਟ ਹੁਣ ਨਵਜੋਤ ਸਿੰਘ ਸਿੱਧੂ ਆ ਜਿਹੜਾ ਇਮਰਾਨ ਖਾਨ ਨਾਲ ਵੀ ਜੱਫੀਆਂ ਪਾਇਆ ਤੇ ਬਾਜਵੇ ਨਾਲ ਹੀ ਪਾਇਆ, ਬਥੇਰਾ ਉਦੋਂ ਵੀ ਕੈਪਟਨ ਨੇ ਇਹਦੀ ਭਰਸਨਾ ਕੀਤੀ ਸੀਗੀ। ਅਸੀਂ ਚਾਹੁੰਦੇ ਹਾਂ ਕਿ ਸਾਡੇ ਗਵਾਂਢੀ ਦੇਸ਼ ਦੇ ਨਾਲ ਰਿਸ਼ਤਾ ਠੀਕ ਹੋਵੇ, ਬਾਰਡਰ ਖੁੱਲੇ, ਪਹਿਲਾਂ ਵਾਂਗੂ ਵਪਾਰ ਖੁੱਲੇ, ਸਾਨੂੰ ਸਾਹ ਸੌਖਾ ਆਵੇ। ਇੱਥੇ ਇੰਨਾ ਬੁਰਾ ਹਾਲ ਆ, ਪਰ ਇਹ ਉਲਟ ਪੀਨ ਵਜਾ ਕੇ ਆਉਂਦੇ ਆ। ਮਤਲਬ ਜੋ ਕੰਮ ਬੀਜੇਪੀ ਆਰਐਸਐਸ ਨੇ ਪੰਜਾਬ 'ਚੋਂ ਸ਼ਿਕਾਇਤ ਲਾ ਕੇ ਆਉਣੀ ਆ, ਇਹ ਖੁਦ ਲਾ ਆਉਂਦੇ ਆ। ਇਸ ਲਈ ਇਹ ਕੰਮ ਕਾਫੀ ਕੰਪਲੀਕੇਟਡ ਹੈਗਾ। ਇਹ ਨਿਬੜੂਗਾ ਤੇ ਜਦੋਂ ਹੰਨੇ ਬੰਨੇ ਦੀ ਲੜਾਈ ਹੋ ਕੇ, ਉਂਝ ਇਹ ਨਿਬੜਨਾ ਹੈ ਨਹੀਂ। ਸਥਿਤੀ ਤੇ ਚਿੰਤਾ ਦਾ ਪ੍ਰਗਟਾਵਾ ਵੀ ਮੁੱਖ ਮੰਤਰੀ ਨੇ ਕੀਤਾ ਜਾ ਕੇ ਜਿਹੜੇ ਕੌਮੀ ਲੀਡਰਸ਼ਿਪ ਦੇ ਅੱਗੇ। ਹਰਕਮਲ ਜੀ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਦੇਖੋ ਦੂਜੀਆਂ ਤਰ੍ਹਾਂ ਉਹਨਾਂ ਦੇ ਬਾਰੇ ਮੈਂ ਕਮੈਂਟਸ ਲੈਣਾ ਚਾਹਾਂਗਾ, ਚਾਹੇ ਆ ਅਕਾਲੀ ਦਲ ਹੈ। ਪਹਿਲਾਂ ਪ੍ਰਸਥਿਤੀਆਂ ਆਉਣਾ, ਅਕਾਲੀ ਦਲ ਹੈਗਾ, ਕਾਲੇ ਕਾਨੂੰਨ ਬਣੇ, ਉਹਨਾਂ ਦੀ ਹਮਾਇਤ ਕੀਤੀ, ਉਹਨਾਂ ਦੇ ਖਿਲਾਫ ਨਹੀਂ ਬੋਲੇ। ਪਰ ਹੁਣ ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ ਅਕਾਲੀ ਦਲ ਵੀ ਲੜਾਈ ਲੜ ਰਿਹਾ ਹੈ, ਆਪ ਵਾਲੇ ਵੀ ਲਗਾਤਾਰ ਲੜਾਈ ਲੜ ਰਹੇ ਹੈ। ਸੋ ਇਹਨਾਂ ਮੁੱਦਿਆਂ ਦੇ ਉੱਤੇ ਜੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਦੂਜੀਆਂ ਤਰ੍ਹਾਂ ਨੂੰ ਵੀ ਜਿਹੜਾ ਹੈਗਾ ਉਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਵੱਲੋਂ ਵੇਖਿਆ ਜਾਵੇਗਾ ਕਿ ਇਹ ਤਰ੍ਹਾਂ ਵੀ ਕਿਸਾਨੀ ਅੰਦੋਲਨ ਦੇ ਹੱਕ 'ਚ ਆ ਕੇ ਡਟ ਕੇ ਖੜਦੀਆਂ ਹੈ। ਸੋ ਇਦਾਂ ਦਾ ਵਖਰੇਵਾਂ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ, ਜਿੱਦਾਂ ਦਾ ਅਮਰਿੰਦਰ ਹੋਣੀ ਕਹਿ ਰਿਹਾ ਕਿ ਵੀ ਮੈਂ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਕੇ ਆ ਰਿਹਾ। ਦੂਜੀਆਂ ਤਰ੍ਹਾਂ ਵੀ ਇਹੀ ਗੱਲ ਕਹਿ ਰਹੀਆਂ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇਸ ਮਾਮਲੇ ਤੇ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਦਾ ਕਹਿਣਾ ਹੈ ਕਿ ਸਾਰੇ ਇੱਕੋ ਬੋਲੀ ਬੋਲ ਰਹੇ। ਦੇਖੋ, ਇਸ ਹਮਾਮ 'ਚ ਸਾਰੇ ਹੀ ਨੰਗੇ ਨੇ। ਅਕਾਲੀ ਦਲ ਦਾ ਰੋਲ ਸਾਰਿਆਂ ਨੂੰ ਪਤਾ ਹੈਗਾ ਕਿ ਪਹਿਲੇ 2 ਮਹੀਨੇ ਤੇ ਉਹ ਵਕਾਲਤ ਕਰ ਰਹੇ ਸੀ ਇਹ 3 ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ। ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਰਿਟਨ ਰਿਕਾਰਡ ਹੈ, ਅਖਬਾਰਾਂ 'ਚ ਛਪਿਆ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਟੇਟਮੈਂਟ ਦਵਾਈ ਗਈ, ਉਹ ਰਿਕਾਰਡ ਦਾ ਹਿੱਸਾ ਹੈਗਾ। ਜੋ ਹਰਸਿਮਰਤ ਨੇ ਸਟੇਟਮੈਂਟ ਦਿੱਤੀ, ਜੋ ਸੁਖਬੀਰ ਕੋਲੋਂ ਬੁਲਾਇਆ ਗਿਆ, ਇਹ ਕਿਵੇਂ ਮੁੱਕਰ ਜਾਣਗੇ? ਠੀਕ ਹੈ, ਸਿਆਸਤਦਾਨ ਸਾਡੇ ਬਹੁਤ ਢੀਠ ਤੇ ਬੇਸ਼ਰਮ ਹੋ ਗਏ ਨੇ। ਤੋਂ ਹੁਣ ਅੱਜ ਉਹ ਸਾਰਾ ਕੁਝ ਉਸ ਗੱਲ ਨੂੰ ਭੁੱਲ ਕੇ ਲੋਕਾਂ ਨੂੰ ਇਹ ਸਮਝਦੇ ਨੇ ਇਸ ਲੋਕਾਂ ਨੂੰ ਭੁਲਾ ਦੇਾਂਗੇ ਅਸੀਂ ਕਿ ਅਸੀਂ ਕੀ ਕਰਦੇ ਰਹੇ ਹਾਂ, ਸਾਡੀਆਂ ਕਰਤੂਤਾਂ ਕੀ ਹੈਗੀਆਂ ਸੀ।
ਸੇਮ ਜੇ ਤੁਸੀਂ ਅਰਵਿੰਦ ਕੇਜਰੀਵਾਲ ਦਾ ਰੋਲ ਦੇਖੋ, ਇਹ 3 ਖੇਤੀ ਕਾਨੂੰਨਾਂ ਦੇ ਮੌਕੇ ਤੇ ਕੀ ਸੀ, ਉਹਨੇ ਕਿਤੇ ਵਿਰੋਧ ਨਹੀਂ ਕੀਤਾ, ਉਹ ਕੋਈ ਬਿਆਨ ਨਹੀਂ ਉਹਦਾ ਹੈਗਾ, ਉਹਨੇ ਕੋਈ ਇਸ ਇਸ਼ੂ ਤੇ ਇੰਟਰਸਟ ਨਹੀਂ ਲਿਆ। ਅੱਜ ਜੋ ਮਰਜ਼ੀ ਉਹਨਾਂ ਦੀ ਪੰਜਾਬ 'ਚ ਲੀਡਰਸ਼ਿਪ ਉੱਠ ਕੇ ਕਹੀ ਜਾਏ, ਰੌਲਾ ਪਾਈ ਜਾਏ, ਜੋ ਮੈਨੂੰ ਨਜ਼ਰ ਆ ਰਿਹਾ ਹੈਗਾ ਹੈ ਕਿ ਕਿਸਾਨੀ ਮੁੱਦਿਆਂ ਦੇ ਉੱਤੇ ਇਹ ਜਿੰਨੀਆਂ ਸਿਆਸੀ ਪਾਰਟੀਆਂ ਸਾਡੀਆਂ ਹੈਗੀਆਂ, ਇਹਨਾਂ ਸਾਰਿਆਂ ਦਾ ਰੋਲ ਜਿਹੜਾ ਹੈਗਾ ਉਹ ਇੱਕੋ ਜਿਹਾ। ਜੇ ਅਸੀਂ ਜੇ ਦੇਖੀਏ ਤੇ ਮਾੜਾ ਮੋਟਾ ਕਾਂਗਰਸੀਆਂ ਨੇ ਤੇ ਰੌਲਾ ਥੋੜਾ ਬਹੁਤਾ ਪਾਇਆ, ਉਦੋਂ ਪੰਜਾਬ ਅਸੈਂਬਲੀ ਕੋਈ ਰੈਜ਼ੋਲੂਸ਼ਨ ਕਰਤਾ ਜਾਂ ਕੁਝ ਕਰਤਾ, ਬਾਕੀ ਤੁਸੀਂ ਦੇਖੋ ਪਹਿਲਾਂ 2 ਮਹੀਨੇ ਸਪੋਰਟ ਹੀ ਕਰਦੇ ਰਹੇ ਅਕਾਲੀ ਤੇ 2 ਮਹੀਨੇ ਉਹਨਾਂ ਨੂੰ। ਯੈਸ ਹਰਕਮਲ ਜੀ, ਇੱਕ ਸਵਾਲ ਮੈਂ ਲੈਣਾ ਚਾਹਾਂਗਾ। ਜਿੱਦਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ, ਕਿਤੇ ਇਹ ਵੀ ਲੱਗਦਾ ਹੈ ਕਿ ਜਦੋਂ ਆਪਾਂ ਅਕਾਲੀ ਦਲ ਜਾਂ ਆਪ ਜਾਂ ਦੂਜੀਆਂ ਤਰ੍ਹਾਂ ਦੀ ਗੱਲ ਕਰ ਰਹੇ ਹਾਂ, ਕਿਤੇ ਉਹਨਾਂ ਨੂੰ ਚਿੰਤਾ ਵੀ ਸਤਾ ਰਹੀ ਹੈ ਕਿ ਉਦੋਂ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਬੋਰੀਆ ਬਿਸਤਰਾ ਲਪੇਟਿਆ ਜਾਵੇ, ਤਾਂ ਕਿ ਸਾਡੇ ਲਈ ਮੈਦਾਨ ਖਾਲੀ ਹੋਵੇ। ਉਹਨਾਂ ਨੂੰ ਲੱਗ ਨਹੀਂ ਰਿਹਾ ਕਿ ਕਿਸਾਨੀ ਅੰਦੋਲਨ ਦੇ ਚੱਲਦਿਆਂ ਲੋਕ ਸਾਡੀ ਗੱਲ ਸੁਣਨਗੇ। ਇੱਕ ਇਹ ਵੀ ਵੱਡੀ ਚਿੰਤਾ ਲੱਗਦਾ ਨਜ਼ਰ ਆ ਰਹੀ ਹੈ ਵਿਰੋਧੀ ਧਿਰਾਂ ਨੂੰ। ਦੇਖੋ ਇਹ ਗੱਲ ਜਿਹੜੀ ਹੈਗੀ ਹੈ, ਇਹ ਗੱਲ ਸਾਰਿਆਂ ਨੂੰ ਨਜ਼ਰ ਆ ਰਹੀ ਹੈ, ਇਹ ਬੀਜੇਪੀ ਨੂੰ ਵੀ ਨਜ਼ਰ ਆ ਰਹੀ ਹੈ। ਕਿਸਾਨੀ ਅੰਦੋਲਨ ਬੀਜੇਪੀ ਲਈ ਵੀ ਬਹੁਤ ਵੱਡਾ ਥ੍ਰੈਟ ਹੈਗਾ। ਰੀਜ਼ਨ ਬੀਇੰਗ ਪੰਜਾਬ ਦੇ ਨਾਲ ਯੂਪੀ ਦੀ ਇਲੈਕਸ਼ਨ ਵੀ ਹੋਣੀ ਹੈ, ਔਰ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਯੂਪੀ ਦੀ ਇਲੈਕਸ਼ਨ ਵੀ ਕਿਸਾਨੀ ਅੰਦੋਲਨ ਕਰਕੇ ਇਫੈਕਟ ਹੋਏਗੀ। ਪੰਜਾਬ ਤੇ ਚਲੋ ਬੀਜੇਪੀ ਦਾ ਵੈਸੇ ਕੁਝ ਨਹੀਂ ਹੈਗਾ, ਲੇਕਿਨ ਉਹਨਾਂ ਨੂੰ ਦਿਸ ਰਿਹਾ ਕਿ ਯੂਪੀ 'ਚ ਸਾਡਾ ਨੁਕਸਾਨ ਹੋ ਸਕਦਾ ਹੈ, ਹੋਰ ਕਈ ਥਾਵਾਂ ਤੇ ਨੁਕਸਾਨ ਹੋ ਸਕਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ ਗੱਲ ਠੀਕ ਹੈ ਕਿ ਇੱਕ ਵਾਰੀ ਮੇਰੇ ਖਿਆਲ ਗਵਰਨਮੈਂਟ ਆਫ ਇੰਡੀਆ ਵੀ ਐਫਰਟ ਕਰੇਗੀ ਕਿ ਕਿਸੇ ਤਰ੍ਹਾਂ ਚੋਣਾਂ ਤੋਂ ਪਹਿਲਾਂ ਇਸ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਕੋਈ ਕਿਸਾਨਾਂ ਨੂੰ ਕਿਸੇ ਤਰ੍ਹਾਂ ਗੁੰਮਰਾਹ ਕਰਕੇ ਜਾਂ ਰਾਜ਼ੀ ਕਰਕੇ ਕਿਸੇ ਤਰ੍ਹਾਂ ਉਹਨਾਂ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾਏ। ਇਹ ਐਫਰਟ ਜ਼ਰੂਰ ਹੋਏਗੀ, ਉਹ ਕਾਮਯਾਬ ਹੋਏਗੀ ਨਹੀਂ ਹੋਏਗੀ ਪਤਾ ਨਹੀਂ, ਪਰ ਮੈਨੂੰ ਇਹ ਲੱਗਦਾ ਕਿ ਇਹੋ ਜਿਹੀ ਇੱਕ ਜ਼ੋਰਦਾਰ ਐਫਰਟ ਆਉਣ ਵਾਲੇ ਸਮੇਂ 'ਚ ਜ਼ਰੂਰ ਹੋਏਗੀ। ਜੀ ਡਾਕਟਰ ਸਾਹਿਬ, ਆਪਣੇ ਕੋਲ ਸਮਾਂ ਵੀ ਘੱਟ ਹੈ, ਪਰ ਮੈਂ ਸਵਾਲ ਜ਼ਰੂਰ ਇਸ ਮੁੱਦੇ ਤੇ ਤੁਹਾਡੇ ਤੋਂ ਲੈਣਾ ਚਾਹਾਂਗਾ। ਇਸ ਵੇਲੇ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ 'ਚ ਹਾਕਮ ਧਿਰਾਂ ਵਿਰੋਧੀ ਧਿਰਾਂ, ਉਹਨਾਂ ਲਈ ਮੁੱਖ ਚਿੰਤਾ ਦਾ ਮੁੱਦਾ ਹੀ ਵੱਡਾ ਇਹ ਬਣਿਆ ਹੋਇਆ ਹੈ ਕਿ ਕਿਸਾਨੀ ਅੰਦੋਲਨ ਕਰਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਬੇਸ਼ੱਕ ਉਹ ਹਮਾਇਤ ਕਰ ਰਹੇ ਹੈ, ਪਰ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦਾ ਧਿਆਨ ਕਿਸਾਨੀ ਅੰਦੋਲਨ ਵੱਲ ਜੁੜਿਆ ਹੋਇਆ ਹੈ। ਦੇਖੋ ਜਿਹੜੀ ਗੱਲ ਹਰਕਮਲਜੀਤ ਉਹਨਾਂ ਨੇ ਕਹੀ ਹੈ ਨਾ, ਤਿੰਨਾਂ ਪਾਰਟੀਆਂ ਦੇ ਵਿੱਚ, ਜੇ ਤਿੰਨਾਂ ਪਾਰਟੀਆਂ ਦਾ ਤੁਸੀਂ ਇੱਕ ਵਿਸ਼ਲੇਸ਼ਣ ਕਰਕੇ ਦੇਖੋਗੇ ਤੇ ਸ਼ਾਇਦ ਫਿਰ ਇਹਦੇ ਵਿੱਚ ਕਾਂਗਰਸ ਦਾ ਜਿਹੜਾ ਹੈ ਉਹ ਜ਼ਿਆਦਾ ਹੱਥ ਉੱਤੇ ਹੁੰਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ 2-3 ਮਹੀਨੇ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਤੇ ਕੈਪਟਨ ਦਾ ਇਹ ਕਹਿਣਾ ਕਿ ਤੇ ਕੋਈ ਮੁਕੱਦਮੇ ਨਹੀਂ ਹੋਣਗੇ, ਇਹਨਾਂ ਦਾ ਕੋਈ ਨਹੀਂ ਹੋਏਗਾ, ਉਸ ਲਹਿਰ ਨੂੰ ਪੱਕੇ ਪੈਰੀ ਪੰਜਾਬ ਦੇ ਵਿੱਚ ਖੜਾ ਕਰਕੇ ਦਿੱਲੀ ਤੱਕ ਪਹੁੰਚਾਉਣ ਦੇ ਵਿੱਚ ਉਸ ਵੇਲੇ ਸਿਰਫ ਇੱਕੋ ਪਾਰਟੀ ਦਾ ਜਿਹੜਾ ਹੱਥ ਸੀ ਤੇ ਉਹ ਜਿਹੜਾ ਸੀ ਉਹ ਕਾਂਗਰਸ ਦਾ ਸੀ, ਔਰ ਉਸ ਗੱਲ ਦਾ ਉਹਨਾਂ ਨੂੰ ਐਡਵਾਂਟੇਜ ਮਿਲਦਾ ਹੈ। ਔਰ ਜਿਹੜੀ ਗੱਲ ਪਹਿਲਾਂ ਕਲੀਅਰ ਕੀਤੀ ਹੈ ਕਮਲਜੀਤ ਉਹਨਾਂ ਨੇ ਵੀ ਕਿ ਇਹਦੇ ਵਿੱਚ ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ ਹੈ, ਕਿਉਂਕਿ ਉਹਨਾਂ ਨੇ ਨੰਗਾ ਚਿੱਟਾ ਆਪਣੀ ਚੈਨਲ ਤੋਂ ਵੀ ਤੇ ਆਪਣੇ ਬਿਆਨਾਂ ਤੋਂ ਵੀ ਜਿਹੜਾ ਕਿਸਾਨ ਮੋਰਚੇ ਦਾ ਜਿਹੜਾ ਵਿਰੋਧ ਕਰਦੇ ਹੋਏ ਇਹਨਾਂ ਬਿੱਲਾਂ ਦੇ ਹੱਕ ਜਿਹੜੇ ਬੋਲੇ, ਔਰ ਕੈਬਨਿਟ ਤੱਕ ਵੀ ਜਿਹੜੀ ਹੈ ਇਹਦੇ ਵਿੱਚ ਸਹਿਮਤੀ ਜਿਹੜੀ ਹੈ ਉਹ ਦਿੱਤੀ। ਜਿੱਥੋਂ ਤੱਕ ਪ੍ਰਭਾਵ ਵੈਸੇ ਦੀ ਗੱਲ ਹੈ, ਤੁਸੀਂ ਵੀ ਜਾਣਦੇ ਹੋ ਕਿ ਪਿੰਡ ਹੋਵੇ ਜਾਂ ਸ਼ਹਿਰ ਹੋਵੇ, ਗੱਲ ਅਖੀਰ ਤੇ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਨਹੀਂ, ਬਾਕੀ ਭਾਰਤ ਦੀ ਇਲੈਕਸ਼ਨਾਂ ਵਿੱਚ ਵੀ ਉਹ ਬਰਾਦਰੀ ਤੇ ਖਿੱਤੇ ਤੇ ਔਰ ਪਿੰਡ ਦੇ ਵਿੱਚ 2 ਧੜਿਆਂ ਦੇ, ਇੱਕ ਧੜਾ ਜੇ ਉੱਧਰ ਹੈ ਇੱਕ ਧੜਾ ਉੱਧਰ ਹੈ। ਸੋ ਇਹ ਗੱਲਾਂ ਜਿੰਨੀਆਂ ਅਸੀਂ ਸਾਰੀਆਂ ਕਰ ਰਹੇ ਹਾਂ, ਇਹ ਅਸੀਂ ਗੱਲ ਕਰ ਰਹੇ ਹਾਂ ਸਿਧਾਂਤਕ ਆਧਾਰ 'ਤੇ। ਔਰ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਉਸ ਵੇਲੇ ਇਲੈਕਸ਼ਨਾਂ ਦੇ ਵਿੱਚ ਜ਼ਮੀਨੀ ਮੁੱਦੇ ਔਰ ਜ਼ਮੀਨੀ ਜਿਹੜੇ ਨੇ ਸਬੰਧ ਔਰ ਜਿਹੜੀਆਂ ਨੇ ਉਹਨਾਂ ਦੇ ਪਰਸਪਰ ਜਿਹੜੇ ਨੇ ਲੜਾਈ ਝਗੜੇ ਔਰ ਦੋਸਤੀਆਂ, ਔਰ ਉਹਦੇ ਨਾਲ ਅੱਗੇ ਫਿਰ ਜਿਹੜਾ ਹੈ ਉਹ ਪੈਸੇ ਦੀ ਖੇਡ ਸ਼ੁਰੂ ਹੁੰਦੀ ਹੈ। ਸੋ ਸਿਧਾਂਤ ਔਰ ਅਮਲੀ ਤੌਰ ਤੇ ਜੇ ਇਲੈਕਸ਼ਨ ਨੂੰ ਅਸੀਂ ਲਈਏ ਤਾਂ ਸਾਨੂੰ ਜਿਹੜਾ ਹੈ ਇਹ ਸਾਰੇ ਮੁੱਦਿਆਂ ਦੇ ਵਿੱਚ ਇੱਕ ਗੱਲ ਸਮਝਣੀ ਪਏਗੀ ਕਿ ਇਹ ਸਾਰੇ ਗੱਲ ਜਿਹੜੀ ਹੈ ਇਹ 10 ਤੋਂ 15% ਜਿਹੜੇ ਨੇ ਅਫੈਕਟ ਕਰਨ ਵਾਲੀ ਹੈ, ਬਾਕੀ ਸਾਰੇ ਜਿਹੜੇ ਨੇ ਚੋਣਾਂ ਦੇ ਮੁੱਦੇ ਵੱਖਰੇ ਨੇ। ਥੈਂਕ ਯੂ ਡਾਕਟਰ ਸਾਹਿਬ। ਆਖਰੀ ਕਮੈਂਟ ਪ੍ਰੋਫੈਸਰ ਮਨਜੀਤ ਸਿੰਘ ਜੀ ਤੁਹਾਡੇ ਕੋਲੋਂ, ਪੰਜਾਬ 'ਚ ਜੋ ਕਿਸਾਨੀ ਅੰਦੋਲਨ ਦੀ ਹਮਾਇਤ ਮਿਲ ਰਹੀ ਹੈ ਵੱਡੀ ਪੱਧਰ ਤੇ, ਕੀ ਲੱਗਦਾ ਹੈ ਕਿ ਜਿਹੜੀਆਂ ਪੰਜਾਬ ਦੀਆਂ ਰਾਜਸੀ ਧਿਰਾਂ ਲਈ ਇਹ ਵੀ ਇੱਕ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ? ਬਹੁਤ ਵੱਡਾ ਚਿੰਤਾ ਦਾ ਕਿ ਅਸਲ ਮਾਅਨਿਆਂ 'ਚ ਪੋਲੀਟੀਕਲ ਪਾਰਟੀਆਂ ਨੂੰ ਜਿੰਨੀ ਦੁਬਿਧਾ ਅੱਜ ਸਾਹਮਣਾ ਕਰਨਾ ਪੈ ਰਿਹਾ ਇਹ ਕਦੀ ਨਹੀਂ ਹੋਈ। ਜਾਣੀ ਇੰਝ ਕਹਿ ਲਓ ਕਿ ਕਿਸਾਨਾਂ ਨੇ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰ ਪੜ੍ਹਨੇ ਪਾਤੇ ਤੇ ਉੱਥੇ ਬਿਠਾਤੇ ਜਿੱਥੇ ਉਹ ਆਪ ਬੈਠਦੇ ਸੀ ਤੇ ਆਪ ਕੁਰਸੀਆਂ ਤੇ ਸਟੇਜਾਂ ਤੇ ਬੈਠੇ। ਇਹ ਆਪਾਂ ਦੇਖੀ ਆ ਜਿਹੜੀ ਜੰਤਰ ਮੰਤਰ ਤੇ ਸਾਰੀ ਉੱਥੇ ਪੈਰਲਲ ਸੰਸਦ ਹੋਈ ਹੈ।
ਇਸੇ ਕਰਕੇ ਇੱਕ ਪਾਸੇ ਪੋਲੀਟੀਕਲ ਪਾਰਟੀਆਂ ਡਰ ਰਹੀਆਂ ਕਿ ਕਿਸਾਨ ਕਿਤੇ ਜਿੱਤ ਨਾ ਜਾਣ, ਇਹਨਾਂ ਦੀ ਮੂਵਮੈਂਟ ਤਕੜੀ ਨਾ ਹੋ ਜੇ। ਦੂਜੇ ਪਾਸੇ ਕਿਉਂਕਿ ਵੋਟਾਂ ਇੱਥੋਂ ਪੈਣੀਆਂ, ਉੱਪਰੋਂ ਲਗਾਤਾਰ ਢੰਡੋਰਾ ਪਿੱਟੀ ਜਾਂਦੇ ਆ ਕਿ ਸਾਨੂੰ ਤੇ ਰਾਤ ਨੀਂਦ ਨਹੀਂ ਆਉਂਦੀ, ਤੁਸੀਂ ਕਿਹੜੇ ਵੇਲੇ ਹੋਵੇ ਕਿ ਜਿੱਤ ਦੇ ਨਗਾਰੇ ਵਜਾਉਂਦੇ ਆਓ। ਪੈਸਾ ਸਾਰਾ ਅੱਜ ਦਾ ਸਾਡਾ ਮੁੱਦਾ ਨਹੀਂ, ਜਿਹੜੀ ਨੀਂਦ ਨਹੀਂ ਆਉਂਦੀ ਉਦਾਂ ਦੀ ਗੱਲ ਤੁਸੀਂ ਕਰ ਰਹੇ ਹੋ। ਜਿੱਦਾਂ ਰਾਜ ਸਭਾ ਦੇ ਚੇਅਰਮੈਨ ਨੇ ਕਿਹਾ ਕਿ ਜੋ ਉੱਥੇ ਰਾਜ ਸਭਾ 'ਚ ਹੜਦੰਗ ਹੋਇਆ, ਮੈਨੂੰ ਵੀ ਕਹਿੰਦੇ ਸਾਰੀ ਰਾਤ ਨੀਂਦ ਨਹੀਂ ਆਈ। ਜੋ ਜਮਹੂਰੀਅਤ ਦਾ ਕਾਣ ਹੋਇਆ, ਹੁਣ ਪਤਾ ਨਹੀਂ ਜਮਹੂਰੀਅਤ ਦਾ ਕਾਣ ਹਾਕਮਤਰ ਨੇ ਕੀਤਾ ਕਿ ਵਿਰੋਧੀ ਧਿਰ ਨੇ ਕੀਤਾ, ਪਰ ਚੇਅਰਮੈਨ ਨੂੰ ਨੀਂਦ ਨਹੀਂ ਆਈ ਰਾਤ ਨੂੰ। ਮੈਂ ਕਿਹਾ ਵੀ ਨੀਂਦ ਦੀ ਗੋਲੀ ਹੁਣ ਸਾਡੇ ਕੋਲ ਲੈ ਲੈਂਦੇ ਜੇ ਨਹੀਂ ਸੀ ਆਈ। ਸਵਾਲ ਇਹ ਹੈ ਕਿ ਜਦੋਂ ਪੁੱਠੇ ਕੰਮ ਕਰੋਗੇ ਤੇ ਨੀਂਦ ਕਿਵੇਂ ਆਊਗੀ? ਤੁਸੀਂ ਪੈਗਾਸਸ ਤੇ ਪਹਿਲੇ ਦਿਨ ਹੀ ਕਰਾ ਦਿੰਦੇ ਤੇ ਤੁਹਾਨੂੰ ਨੀਂਦ ਐਨ ਖਰਾਟੇਦਾਰ ਆਉਣੀ ਸੀਗੀ। ਇਹੀ ਹਾਲ ਪਾਰਟੀਆਂ ਸਾਡੀਆਂ ਦਾ, ਇਹੀ ਹਾਲ ਸਾਡੀਆਂ ਪਾਰਟੀਆਂ ਦਾ। ਉਹ ਚਾਹੁੰਦੇ ਨਹੀਂ, ਉਹ ਕਹਿੰਦੇ ਕਿ ਖਤਮ ਹੋ ਜੇ, ਕਿਸੇ ਤਰੀਕੇ ਨਾਲ ਵੀ ਹੋ ਜੇ, ਜਿੱਤ ਕੇ ਹੋ ਜੇ, ਜੇ ਹਾਰ ਕੇ ਹੋ ਜੇ ਖਤਮ ਤੇ ਬਹੁਤ ਖੁਸ਼ ਆ, ਜੇ ਜਿੱਤ ਕੇ ਹੋ ਜੇ ਤੇ ਤਾਂ ਵੀ ਉਹ ਚਾਹੁੰਦੇ ਕਿ ਪੰਜਾਬ ਵਾਲੇ ਤੇ ਘੱਟੋ ਘੱਟ ਚਾਹੁੰਦੇ ਆ ਕਿ ਇੱਕ ਵਾਰੀ ਖਤਮ ਹੋ ਜੇ ਤਾਂ ਕਿ ਅਸੀਂ ਆਪਣਾ ਮੈਦਾਨ ਨੂੰ ਪਖਾਈਏ। ਪਾਰਟੀਆਂ ਦਾ ਇਹ ਇੱਕ ਇੰਟਰਸਟ ਬਣਿਆ ਹੋਇਆ। ਹਾਂਜੀ, ਮਿਹਰਬਾਨੀ ਹਰਕਮਲ ਜੀ, ਡਾਕਟਰ SP ਸਿੰਘ, ਪ੍ਰੋਫੈਸਰ ਮਨਜੀਤ ਸਿੰਘ। ਮੇਰੀ ਬੇਨਤੀ ਪ੍ਰਵਾਨ ਕਰਕੇ ਪੰਜਾਬ ਦੇ ਰਾਜਸੀ ਮੁੱਦੇ ਤੇ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ, ਮੇਰੇ ਦਰਸ਼ਕਾਂ ਵੱਲੋਂ। ਦਰਸ਼ਕਾਂ ਦੇ ਲਈ ਸੁਨੇਹਾ, ਗੈਰ ਰਾਜਸੀ ਬੁੱਧੀਜੀਵੀ ਹਸਤੀਆਂ ਦੇ ਨਾਲ ਪੰਜਾਬ ਦੇ ਮੌਜੂਦਾ ਰਾਜਸੀ ਪ੍ਰਸਥਿਤੀਆਂ ਦੇ ਉੱਤੇ ਡਿਬੇਟ। ਉਮੀਦ ਹੈ ਤੁਹਾਨੂੰ ਸੱਚ ਦੀ ਪੇਸ਼ਕਾਰੀ ਪਸੰਦ ਆਏਗੀ ਤੇ ਤੁਸੀਂ ਆਪਣੇ ਕਮਿਊਨੀਕੇਸ਼ਨ ਦੇ ਜਿਹੜੇ ਸਾਧਨ ਹੈ ਉਹਨਾਂ ਤੇ ਸ਼ੇਅਰ ਵੀ ਜ਼ਰੂਰ ਕਰੋਗੇ। ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਇੱਕ ਵਾਰ ਮੁੜ ਕੇ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।